ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਇਸ ਤੋਂ ਪਹਿਲਾਂ ਅਸੀਂ ਪੀਐਸ ਟੈਟ 2020 ਦਾ ਸੋਲੂਸ਼ਨ ਅਲੱਗ-ਅਲੱਗ ਵੀਡੀਓਜ਼ ਦੇ ਵਿੱਚ ਕਰਵਾ ਚੁੱਕੇ ਹਾਂ। ਉਹਨਾਂ ਵੀਡੀਓਜ਼ ਨੂੰ ਤੁਸੀਂ ਖੂਬ ਪਿਆਰ ਦਿੱਤਾ, ਵਧੀਆ ਰਿਸਪੌਂਸ ਮਿਲਿਆ, ਤਾਂ ਉਸ ਚੀਜ਼ ਨੂੰ ਦੇਖ ਕੇ ਹੀ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਪੀਐਸ ਟੈਟ 2021 ਜੋ ਕਿ ਸੈਕੰਡ ਪੇਪਰ ਹੈ ਇਹ, ਠੀਕ ਹੈ ਜੀ। ਤਾਂ ਇਹ ਪੇਪਰ 24 ਦਸੰਬਰ 2021 ਨੂੰ ਕੰਡਕਟ ਕਰਵਾਇਆ ਗਿਆ ਸੀ। ਤਾਂ ਇਸ ਦੀ ਜੋ ਸਬਜੈਕਟਸ ਨੇ ਅਲੱਗ-ਅਲੱਗ ਵੀਡੀਓਜ਼ ਦੇ ਵਿੱਚ ਕਵਰ ਕਰਾਂਗੇ, ਕਿਉਂਕਿ ਪ੍ਰੀਵੀਅਸ ਈਅਰ ਦਾ ਪੇਪਰ ਕਰਨਾ ਮੋਸਟ ਇੰਪੋਰਟੈਂਟ ਗੱਲ ਬਣ ਜਾਂਦੀ ਹੈ, ਕਿਉਂਕਿ ਟੌਪਿਕ ਨੇ ਜਿਹੜੇ ਉਹ ਲਗਭਗ ਇੰਪੋਰਟੈਂਟ ਜੋ ਹੁੰਦੇ ਨੇ ਉਹ ਆਪਾਂ ਨੂੰ ਪਤਾ ਲੱਗ ਜਾਂਦੇ ਨੇ, ਅਤੇ ਜਿਹੜੇ ਇੰਪੋਰਟੈਂਟ ਟੌਪਿਕ ਨੇ ਉਹ ਹੀ ਰਿਪੀਟ ਹੁੰਦੇ ਰਹਿੰਦੇ ਨੇ ਹਰੇਕ ਸਾਲ। ਤਾਂ ਇਸ ਕਰਕੇ ਤੁਹਾਡੇ ਲਈ 2021 ਦਾ ਪੇਪਰ ਅਸੀਂ ਲੈ ਕੇ ਆਏ ਹਾਂ ਇਸ ਵੀਡੀਓ ਦੇ ਵਿੱਚ, ਅਤੇ ਨਾਲ ਦੀ ਨਾਲ ਕੁਝ ਹੋਰ ਡਿਸਕਸ਼ਨਸ ਵੀ ਕਰਾਂਗੇ, ਕਿਉਂਕਿ ਕਿਤਾਬ ਬੋਲਦੀ ਨਹੀਂ ਹੁੰਦੀ, ਅਧਿਆਪਕ ਬੋਲਦਾ ਹੁੰਦਾ। ਪੜ੍ਹ ਤਾਂ ਤੁਸੀਂ ਇਹ ਇੱਕ ਕੁਐਸਚਨ ਪੇਪਰ ਤੋਂ ਵੀ ਸਕਦੇ ਸੀ, ਪਰ ਆਪਾਂ ਨਾਲ ਅਨੈਲਿਸਿਸ ਵੀ ਥੋੜ੍ਹਾ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ, ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੇ ਪੰਜਾਬੀ ਤੁਹਾਨੂੰ 30 ਨੰਬਰ ਦੀ ਆਉਂਦੀ ਹੈ ਪੰਜਾਬੀ ਲੈਂਗੁਏਜ, ਤਾਂ ਇਸ ਦੇ ਵਿੱਚ 15 ਨੰਬਰ ਦੇ ਤੁਹਾਨੂੰ 2 ਪੈਰੇ ਆ ਜਾਂਦੇ ਨੇ, ਠੀਕ ਹੈ ਜੀ। ਇੱਕ 7 ਨੰਬਰ ਦਾ, ਇੱਕ 8 ਨੰਬਰ ਦਾ, ਤਾਂ 15 ਪ੍ਰਸ਼ਨ ਨੇ ਜਿਹੜੇ ਤੁਹਾਡੇ ਉਹ ਪੈਰੇ ਦੇ ਵਿੱਚ ਕਵਰ ਹੋ ਜਾਂਦੇ ਨੇ। ਤਾਂ ਪਹਿਲੇ ਨੰਬਰ 'ਤੇ ਹੀ ਪੈਰਾ ਜੀ 31 ਤੋਂ ਲੈ ਕੇ 38ਵਾਂ ਜੋ ਪ੍ਰਸ਼ਨ ਹੈ ਇਹ ਪੈਰੇ ਦੇ ਵਿੱਚੋਂ ਪੜ੍ਹ ਕੇ ਇਹਨਾਂ ਦੇ ਉੱਤਰ ਆਪਾਂ ਨੇ ਸਿਲੈਕਟ ਕਰਨੇ ਨੇ। ਤਾਂ ਪੈਰਾ ਪਹਿਲਾਂ ਪੜ੍ਹਨ ਦੀ ਕੋਈ ਜ਼ਰੂਰਤ ਨਹੀਂ। ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਪ੍ਰਸ਼ਨ ਨੰਬਰ 1 ਦੇ ਉੱਤੇ। ਤਾਂ ਪ੍ਰਸ਼ਨ ਨੰਬਰ 1 ਹੈ ਜੀ ਕਿ ਪੈਰੇ ਦਾ ਢੁਕਵਾਂ ਸਿਰਲੇਖ ਕੀ ਹੈ, ਭਾਵ ਇਸ ਦਾ ਹੈਡਿੰਗ ਕੀ ਦਿੱਤਾ ਜਾ ਸਕਦਾ ਹੈ। ਤਾਂ ਇਹ ਸਾਰਾ ਪੈਰਾ ਪੜ੍ਹਨ ਤੋਂ ਬਾਅਦ ਆਪਾਂ ਨੂੰ ਕੀ ਪਤਾ ਲੱਗਦਾ ਹੈ ਕਿ ਇਹ ਕਵਿਤਾ ਦੀ ਸੀਮਾ ਦੀ ਗੱਲ ਕਰ ਰਿਹਾ ਹੈ, ਉਸ ਦੇ ਦਾਇਰੇ ਦੀ ਗੱਲ ਕਰ ਰਿਹਾ ਹੈ, ਵੀ ਕਵਿਤਾ ਦਾ ਦਾਇਰਾ ਕਿੰਨਾ ਵਿਸ਼ਾਲ ਹੁੰਦਾ ਹੈ, ਠੀਕ ਹੈ, ਕਿਸ ਤਰੀਕੇ ਨਾਲ ਫੈਲਿਆ ਹੋਇਆ ਹੁੰਦਾ ਹੈ। ਤਾਂ ਦੇਖੋ ਜਿਵੇਂ ਇੱਥੇ ਕੀ ਹੈ, ਕਵਿਤਾ ਦਾ ਦਾਇਰਾ ਇਸ ਤੋਂ ਵੀ ਵਿਸ਼ਾਲ ਅਤੇ ਦੀਰਘ ਹੈ, ਮਤਲਬ ਵੱਡਾ ਹੈ, ਠੀਕ ਹੈ, ਵਿਸ਼ਾਲ ਹੈ, ਪੂਰਾ ਖੁੱਲ੍ਹਾ ਹੈ। ਤਾਂ ਇਸ ਤਰੀਕੇ ਨਾਲ ਆਪਸ਼ਨ ਬੀ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਪੈਰੇ ਦਾ ਜੋ ਸਿਰਲੇਖ ਹੈ ਇਹ ਹੈ ਜੀ ਕਵਿਤਾ ਦਾ ਦਾਇਰਾ। ਇਸ ਤੋਂ ਬਾਅਦ ਡਿਸਕਸ ਕਰਦੇ ਹਾਂ ਜੀ ਪ੍ਰਸ਼ਨ ਨੰਬਰ 32। ਅਸੀਂ ਇਹਦੇ ਅਕੋਰਡਿੰਗ ਹੀ ਨੰਬਰਿੰਗ ਲੈ ਕੇ ਚੱਲਾਂਗੇ ਜੋ ਕੁਐਸਚਨ ਪੇਪਰ 'ਤੇ ਦਿੱਤੀ ਹੋਈ ਸੀ। ਪੈਰੇ ਵਿੱਚ ਵਰਤਿਆ ਗਿਆ ਸ਼ਬਦ ਦੀਰਘ ਡੈਸ਼ ਹੈ। ਤਾਂ ਦੀਰਘ ਜੋ ਸ਼ਬਦ ਹੈ ਇਹ ਤਤਸਮ ਸ਼ਬਦ ਹੈ ਜੀ। ਇੱਥੇ ਸਿਲੈਕਟ ਕਰਾਂਗੇ ਅਸੀਂ ਆਪਸ਼ਨ ਏ ਤਤਸਮ, ਠੀਕ ਹੈ। ਦੀਰਘ ਸ਼ਬਦ ਵਰਤਿਆ ਗਿਆ ਸੀ, ਇੱਥੇ ਹੀ ਆਪਾਂ ਨੇ ਪੜ੍ਹਿਆ ਵੀ ਸੀ ਹੁਣ। ਦੀਰਘ ਸ਼ਬਦ ਜਿਹੜਾ ਇਹ ਕਿ ਇੱਕ ਤਤਸਮ ਸ਼ਬਦ ਹੈ ਜੋ ਆਪਾਂ ਨੇ ਇਸੇ ਤਰ੍ਹਾਂ ਆਪਾਂ ਨੇ ਆਪਣੀ ਲੈਂਗੁਏਜ ਦੇ ਵਿੱਚ ਯੂਜ਼ ਕੀਤਾ ਹੈ। ਸਾਰ ਅਤੇ ਪਾਰ ਤੋਂ ਕੀ ਭਾਵ ਹੈ? 4 ਆਪਸ਼ਨਸ ਦਿੱਤੀਆਂ ਗਈਆਂ ਨੇ, ਸਾਰ ਅਤੇ ਪਾਰ। ਇਹ ਲਾਈਨ ਪੜ੍ਹ ਕੇ ਤੁਹਾਨੂੰ ਪਤਾ ਲੱਗ ਜਾਊਗਾ। ਵੈਸੇ ਪਰ ਡਾਇਰੈਕਟ ਆਨਸਰ ਟਿਕ ਕਰਵਾਵਾਂਗੇ, ਪਰ ਇਸ ਤੋਂ ਪਹਿਲਾਂ ਤੁਹਾਨੂੰ ਥੋੜ੍ਹਾ ਜਿਹਾ ਆਪਾਂ ਟ੍ਰਿਕ ਵੀ ਦੱਸ ਦਿੰਦੇ ਹਾਂ ਵੀ ਤੁਸੀਂ ਕਿਸ ਤਰੀਕੇ ਨਾਲ ਇਸ ਦਾ ਆਨਸਰ ਜਿਹੜਾ ਉਹ ਲੱਭਣਾ ਹੁੰਦਾ ਹੈ। ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਸ਼ਬਦ ਨੇ ਜਿਹੜੇ ਸਾਰ ਅਤੇ ਪਾਰ, ਉਹ ਸ਼ਬਦ ਨੂੰ ਲੱਭੋ। ਸਾਰਾ ਪੈਰਾ ਪੜ੍ਹਨ ਦੀ ਲੋੜ ਨਹੀਂ ਹੈਗੀ, ਸਿਰਫ ਇਹ ਵਰਡਿੰਗ ਇਹਨੂੰ ਚੱਕੋ। ਵਰਡਿੰਗ ਕੀ ਸੀ? ਸਾਰ ਅਤੇ ਪਾਰ। ਤਾਂ ਦੇਖੋ ਇੱਥੇ ਕੀ ਹੈ, ਇਹ ਲਾਈਨ ਦੇ ਵਿੱਚ ਜੋ ਲਾਸਟ ਲਾਈਨ ਹੈ, ਠੀਕ ਹੈ, ਇਹਦੇ ਵਿੱਚ ਦੇਖੋ ਇੱਥੇ ਸ਼ਬਦ ਆ ਗਿਆ ਆਪਣੇ ਕੋਲ ਸਾਰ ਅਤੇ ਪਾਰ। ਤਾਂ ਆਪਾਂ ਹੁਣ ਸਿਰਫ ਇਹਦੇ ਨਾਲ ਵਾਲੀ ਅੱਗੇ ਪਿੱਛੇ ਵਾਲੀ ਲਾਈਨ ਪੜ੍ਹ ਲਿਆ ਕਰੋ, ਬਾਕੀ ਸਾਰਾ ਪੈਰਾ ਪੜ੍ਹਨ ਦੀ ਲੋੜ ਨਹੀਂ ਹੈਗੀ। ਦਰਅਸਲ ਇਹ ਇੱਕ ਮਹੀਨ ਨਜ਼ਰੀਆ ਜਿਸ ਦਾ ਸਾਰ ਅਤੇ ਪਾਰ ਮਨੁੱਖੀ ਸੋਝੀ ਤੋਂ ਅਜੇ ਵੀ ਅਛੂਤਾ ਹੈ। ਕਹਿਣ ਦਾ ਭਾਵ ਕੀ ਹੈ, ਉਹ ਕੀ ਕਹਿਣਾ ਚਾਹ ਰਿਹਾ ਜੋ ਰਾਈਟਰ ਹੈ, ਕਹਿੰਦਾ ਸਾਰ ਅਤੇ ਪਾਰ ਮਨੁੱਖੀ ਸੋਝੀ ਤੋਂ ਅਜੇ ਵੀ ਅਛੂਤਾ ਹੈ। ਮਤਲਬ ਕਿ ਕਵਿਤਾ ਦਾ ਜਿਹੜਾ ਗਿਆਨ ਹੈ ਨਾ ਵੀ ਉਹ ਇੰਨਾ ਜ਼ਿਆਦਾ ਵਿਸ਼ਾਲ ਹੈ, ਇੰਨਾ ਜ਼ਿਆਦਾ ਵੱਡੇ ਦਾਇਰਾ ਉਹਦਾ, ਕਿ ਉਹ ਮਨੁੱਖ ਨੇ ਹਾਲੇ ਤੱਕ ਵੀ ਉਸ ਬਾਰੇ ਪੂਰੀ ਜਾਣਕਾਰੀ ਨਹੀਂ ਹਾਸਲ ਕੀਤੀ, ਕਿਉਂਕਿ ਮਨੁੱਖ ਦੀ ਜਿਹੜੀ ਸੋਝੀ ਹੈ, ਜੋ ਉਸ ਦੀ ਸਮਝ ਹੈ, ਉਸ ਤੋਂ ਵੀ ਹਾਲੇ ਅਛੂਤ ਹੈ। ਮਤਲਬ ਮਨੁੱਖ ਦੀ ਸੋਝ ਵੀ ਇਸ ਦੇ ਦਾਇਰੇ ਨੂੰ ਹਾਲੇ ਤੱਕ ਛੂਹ ਨਹੀਂ ਸਕੀ ਹੈ। ਤਾਂ ਇੱਥੇ ਸਾਰ ਅਤੇ ਆਰ ਦਾ ਮਤਲਬ ਕੀ ਹੈ ਵੀ ਹਾਲੇ ਪੂਰਾ ਨੌਲੇਜ ਆਪਾਂ ਨੂੰ ਇਸ ਦੀ ਨਹੀਂ ਮਿਲੀ। ਤਾਂ ਹੁਣ ਆਪਾਂ ਆਪਸ਼ਨ ਦੇਖਦੇ ਹਾਂ। ਤਾਂ ਇੱਥੇ ਇਸ ਦਾ ਕੀ ਅਰਥ ਹੋਏਗਾ ਕਿ ਪੂਰਨ ਗਿਆਨ, ਭਾਵ ਕਿ ਕਵਿਤਾ ਦਾ ਹਾਲੇ ਪੂਰਨ ਗਿਆਨ ਤੱਕ ਮਨੁੱਖ ਦੀ ਸੋਝੀ ਨਹੀਂ ਪਹੁੰਚ ਸਕੀ। ਤਾਂ ਇੱਥੇ ਸ਼ਬਦ ਦਾ ਅਰਥ ਆਪਾਂ ਨੂੰ ਕੀ ਕਲੀਅਰ ਹੋ ਗਿਆ? ਪੂਰਨ ਗਿਆਨ। ਤਾਂ ਸਾਰ ਅਤੇ ਪਾਰ ਦਾ ਕੀ ਅਰਥ ਹੈ? ਪੂਰਨ ਗਿਆਨ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 34 ਅਤੇ 35, ਦੋਨੋਂ ਇੱਕ ਸਲਾਈਡ ਦੇ ਵਿੱਚ ਡਿਸਕਸ ਹੋ ਜਾਣਗੇ। ਬੈਨ ਸ਼ਬਦ ਕਿਸ ਅਵਸਥਾ ਨਾਲ ਸੰਬੰਧਿਤ ਹੈ? ਤਾਂ ਦੇਖੋ 4 ਆਪਸ਼ਨ ਦਿੱਤੀਆਂ ਗਈਆਂ ਨੇ, ਬੜਾ ਈਜ਼ੀ ਹੈ, ਠੀਕ ਹੈ। ਸੁਖਾਂਤਕ ਤਾਂ ਹੋ ਨਹੀਂ ਸਕਦਾ। ਬੈਨ ਨੇ ਜਿਹੜੇ ਉਹ ਆਪਾਂ ਕਹਿ ਸਕਦੇ ਹਾਂ ਵੀ ਦੁਖਾਂਤ ਦੇ ਸਮੇਂ ਪਾਏ ਜਾਂਦੇ ਨੇ, ਹੈ ਨਾ, ਜਦੋਂ ਦੁਖੀ ਹੁੰਦਾ ਵੀ ਕਿਸੇ ਘਰ ਕੋਈ ਡੈਥ ਹੋ ਗਈ ਹੈ ਨਾ, ਉੱਥੇ ਬੈਣ ਪੈਂਦੇ ਨੇ। ਤਾਂ ਇਹ ਸੁਖਾਂਤਕ, ਇਹ ਆਪਸ਼ਨ ਕੱਟ ਗਈ। ਆਨੰਦਾਤਮਕ ਕੱਟ ਗਈ। ਹਾਸੋਹੀਣੀ ਕੱਟ ਗਈ। ਇਸ ਦਾ ਰਾਈਟ ਆਨਸਰ ਹੋਏਗਾ ਜੀ ਆਪਸ਼ਨ ਡੀ, ਦੁਖਾਂਤਕ ਅਵਸਥਾ ਨਾਲ ਸੰਬੰਧਿਤ ਹੈ ਇਹ। ਮਤਲਬ ਜਦੋਂ ਦੁੱਖ ਦੀ ਕੋਈ ਘੜੀ ਹੋਵੇ, ਦੁੱਖ ਦਾ ਕੋਈ ਪਲ ਹੋਵੇ, ਤਾਂ ਉਸ ਸਮੇਂ ਬੈਣ ਪਾਏ ਜਾਂਦੇ ਨੇ। ਤਾਂ ਬੈਣ ਸ਼ਬਦ ਹੈ ਜਿਹੜਾ ਇਹ ਦੁਖਾਂਤਕ ਅਵਸਥਾ ਦੇ ਨਾਲ ਸੰਬੰਧਿਤ ਹੈ।
ਨੈਕਸਟ ਹੈ ਜੀ ਉਪਰੋਕਤ ਪੈਰੇ ਵਿੱਚ ਆਏ ਸ਼ਬਦ ਕਸਕ ਦਾ ਅਰਥ ਕੀ ਹੈ। ਤਾਂ ਕਸਕ ਦਾ ਜੋ ਅਰਥ ਹੋਏਗਾ ਇਹ ਹੋਏਗਾ ਜੀ ਚੋਬ। ਇਹਨੂੰ ਆਪਾਂ ਪੈਰੇ ਦੇ ਵਿੱਚੋਂ ਲੱਭ ਕੇ ਉੱਥੇ ਵੀ ਥੋੜ੍ਹਾ ਜਿਹੀ ਡਿਸਕਸ਼ਨ ਇਹਦੇ ਬਾਰੇ ਕਰਾਂਗੇ। ਤਾਂ ਕਸਕ ਸ਼ਬਦ ਜਿਹੜਾ ਉਹ ਆਪਾਂ ਪੈਰੇ ਦੇ ਵਿੱਚੋਂ ਲੱਭਦੇ ਹਾਂ। ਡਾਇਰੈਕਟ ਉਹ ਸ਼ਬਦ ਲੱਭ ਕੇ ਬਸ ਉਹਦੇ ਨਾਲ ਰਿਲੇਟਡ ਆਪਾਂ ਡਿਸਕਸ਼ਨ ਕਰਨੀ ਹੁੰਦੀ ਹੈ। ਠੀਕ ਹੈ ਜੀ, ਜਿਵੇਂ ਕਿ ਇੱਥੇ ਹੈ ਲਾਈਨ ਕੀ ਹੈ, ਵਸਲ ਦਾ ਸਕੂਨ ਹੈ ਵਿਛੋੜੇ ਦੀ ਕਸਕ ਹੈ। ਭਾਵ ਕਿ ਵਿਛੋੜੇ ਦੀ ਚੋਭ, ਕਵਿਤਾ ਕੀ ਹੈ ਵੀ ਵਿਛੋੜਾ ਹੋਇਆ ਸੀ ਉਹ ਚੀਜ਼ ਨੂੰ ਚੋਭਦੀ ਹੈ ਤੇ ਕੀ ਹੈ ਸਕੂਨ, ਵਸਲ ਦਾ ਸਕੂਨ ਹੈ। ਤਾਂ ਇਸ ਤਰ੍ਹਾਂ ਕਸਕ ਪੈਰਾ ਮਤਲਬ ਪ੍ਰਸੰਗ ਦੇਖ ਲਿਆ ਕਰੋ, ਸ਼ਬਦ ਨੂੰ ਲੱਭੋ, ਉਸ ਲਾਈਨ ਨੂੰ ਪੜ੍ਹੋ, ਉਸ ਲਾਈਨ ਦਾ ਅਰਥ ਸਮਝਣ ਦੀ ਕੋਸ਼ਿਸ਼ ਕਰੋ ਤਾਂ ਸ਼ਬਦ ਦਾ ਅਰਥ ਆਪਾਂ ਨੂੰ ਆਪੇ ਪਤਾ ਲੱਗ ਜਾਂਦਾ ਹੈ। ਕਿਉਂਕਿ ਆਪਾਂ ਨੇ ਪ੍ਰਸੰਗ ਦੇਖਣਾ ਹੁੰਦਾ ਵੀ ਕਿਸ ਪ੍ਰਸੰਗ ਦੇ ਵਿੱਚ ਇਹ ਸ਼ਬਦ ਹੈ ਜਿਹੜਾ ਉਹ ਵਰਤਿਆ ਗਿਆ ਹੈ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 36। ਤਾਂ ਪ੍ਰਸ਼ਨ ਨੰਬਰ 36 ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਉਰਦੂ ਭਾਸ਼ਾ ਦਾ ਨਹੀਂ ਹੈ। ਤਾਂ ਉਰਦੂ ਭਾਸ਼ਾ ਦਾ ਨਹੀਂ, ਧਾਰਾ ਸ਼ਬਦ ਹੈ ਜਿਹੜਾ ਇਹ ਉਰਦੂ ਦਾ ਨਹੀਂ ਹੈ। ਬਾਕੀ ਸ਼ਬਦ ਨੇ ਜਿਹੜੇ ਇਹ ਆਪਾਂ ਉਰਦੂ ਤੋਂ ਹੀ ਗ੍ਰਹਿਣ ਕਰੇ ਨੇ। ਧਾਰਾ ਸ਼ਬਦ ਹੈ ਜਿਹੜਾ ਇਹ ਆਪਣਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਸ਼ਬਦ ਝਲਾਰ। ਝਲਾਰ ਕੀ ਹੈ? ਜ਼ਮੀਨ ਵਾਹੁਣ ਵਾਲਾ ਸਾਧਨ, ਪਾਣੀ ਵਿੱਚੋਂ, ਧਰਤੀ ਵਿੱਚੋਂ ਪਾਣੀ ਕੱਢਣ ਦਾ ਸਾਧਨ, ਸਿੰਚਾਈ ਸਹਾਇਕ ਸਾਧਨ ਜਾਂ ਫਸਲ ਕੱਟਣ ਲਈ ਵਰਤਿਆ ਜਾਂਦਾ ਹੈ। ਤਾਂ ਇਸ ਦਾ ਰਾਈਟ ਆਨਸਰ ਹੋ ਜਾਵੇ ਜੀ ਆਪਸ਼ਨ ਸੀ, ਸਿੰਚਾਈ ਸਹਾਇਕ ਸਾਧਨ ਇਹ। ਠੀਕ ਹੈ, ਤਾਂ ਇਹਨੂੰ ਵੀ ਆਪਾਂ ਪੈਰੇ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਝਲਾਰ ਸ਼ਬਦ ਜਿਹੜਾ ਇਹ ਆਪਾਂ ਪੈਰੇ ਦੇ ਵਿੱਚ ਲੱਭਦੇ ਹਾਂ। ਇਹਦੇ ਵਿੱਚ ਆਪਾਂ ਨੂੰ ਪ੍ਰਸੰਗ ਪਤਾ ਲੱਗ ਜਾਂਦਾ ਵੀ ਕਿਸ ਪ੍ਰਸੰਗ ਦੇ ਵਿੱਚ ਇਹ ਵਰਤਿਆ ਗਿਆ। ਇੱਥੇ ਹੈ ਜੀ ਸ਼ਬਦ ਝੀਲਾਂ। ਦੇਖੋ, ਝੀਲਾਂ ਝਰਨਿਆਂ ਦੇ ਝਲਾਰਾਂ ਦਾ ਜਲ ਨਾਦ ਵੀ ਕਵਿਤਾ ਹੈ। ਤਾਂ ਇੱਥੇ ਇਹ ਵੀ ਇੱਕ ਕੀ ਹੈ, ਪਾਣੀ ਦਾ ਸਰੋਤ ਹੈ, ਝਰਨੇ ਪਾਣੀ ਦੇ ਸਰੋਤ ਨੇ। ਝਰਨਿਆਂ ਦੇ ਝਲਾਰਾਂ ਦਾ ਜਲ ਨਾਦ ਵੀ ਕਵਿਤਾ ਹੈ। ਕਹਿਣ ਦਾ ਭਾਵ ਕੀ ਹੈ ਕਿ ਇਹ ਇੱਕ ਅਜਿਹਾ ਸਾਧਨ ਹੈ ਸਿੰਚਾਈ ਦੇ ਲਈ ਵਰਤਿਆ ਜਾਂਦਾ। ਜਦੋਂ ਆਪਾਂ ਝਰਨਿਆਂ 'ਚੋਂ ਝੀਲਾਂ 'ਚੋਂ ਪਾਣੀ ਨੂੰ ਆਪਾਂ ਨੇ ਸਿੰਚਾਈ ਦੇ ਲਈ ਵਰਤਣਾ ਤਾਂ ਉਹਦਾ ਇੱਕ ਸਹਾਇਕ ਸਾਧਨ ਹੈ ਇਹ। ਠੀਕ ਹੈ, ਝਲਾਰ ਲੱਗੇ ਹੁੰਦੇ ਨੇ ਮਤਲਬ ਝੀਲ ਦੇ ਉੱਤੇ ਤਾਂ ਕਿ ਉਹ ਪਾਣੀ, ਜਿਵੇਂ ਆਪਾਂ ਉਹ ਨਹੀਂ ਹੁੰਦੇ ਸੀ ਮਤਲਬ ਪਾਣੀ ਚੱਕ ਕੇ ਲਗਾਉਂਦੇ ਹੁੰਦੇ, ਉੱਥੇ ਇੰਜਨ ਰੱਖਿਆ ਹੁੰਦਾ ਵੀ ਉਹ ਸਾਧਨ ਇਸ ਤਰ੍ਹਾਂ ਬਣਾਏ ਸੀ ਕਿਸਾਨਾਂ ਨੇ। ਠੀਕ ਹੈ, ਵੀ ਨਹਿਰ ਦਾ ਪਾਣੀ ਹੈ ਉਹ ਉੱਚੇ ਮਾਨ ਦੇ ਵਿੱਚ ਨਹੀਂ ਜਾ ਰਿਹਾ, ਖਾਲ ਦੇ ਵਿੱਚ ਪਾਣੀ ਚੱਕ ਕੇ ਉੱਚੇ ਥਾਂ 'ਤੇ ਪਹੁੰਚਾਇਆ ਜਾਂਦਾ ਸੀ, ਵਰਮਾ ਲਗਾਇਆ ਜਾਂਦਾ ਸੀ। ਤਾਂ ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 38। ਉਪਰੋਕਤ ਪੈਰਾ ਕਿਸ ਕਵਿਤਾ ਵਿੱਚੋਂ ਲਿਆ ਗਿਆ। ਇਹ ਕੁਐਸਚਨ ਜਿਹੜਾ ਥੋੜ੍ਹਾ ਜਿਹਾ ਫੈਕਚੁਅਲ ਬਣ ਜਾਂਦਾ ਹੈ ਕਿਉਂਕਿ ਪੈਰਾ ਪੜ੍ਹਿਆ ਹੋਇਆ ਹੈ ਤਾਂ ਤੁਸੀਂ ਡਾਇਰੈਕਟ ਆਨਸਰ ਲਗਾ ਸਕਦੇ ਹੋ। ਨਹੀਂ ਲਗਭਗ ਇਹ ਜਿਹੜਾ ਕਵੀ ਪੁੱਛ ਲੈਂਦੇ ਨੇ। ਠੀਕ ਹੈ, ਲੇਖਕ ਮਤਲਬ ਰਚਨਾਕਾਰ ਕਹਿ ਲਓ। ਠੀਕ ਹੈ, ਤਾਂ ਜਿਹੜਾ ਇਹ ਇਸ ਤਰ੍ਹਾਂ ਨਾਮ ਪੁੱਛਦੇ ਨੇ ਡਾਇਰੈਕਟ, ਇਹ ਕੁਐਸਚਨ ਜਿਹੜਾ ਇਹ ਫੈਕਟ ਵਾਲਾ ਕੁਐਸਚਨ ਬਣ ਜਾਂਦਾ ਹੈ। ਜਾਂ ਤੁਹਾਨੂੰ ਆਉਂਦਾ ਜਾਂ ਨਹੀਂ ਆਉਂਦਾ, ਇਹਦੇ ਉੱਤੇ ਨਾ ਤਾਂ ਇਹਨੂੰ ਆਪਾਂ ਪੈਰੇ 'ਚ ਥੋੜ੍ਹੀ ਲੱਭ ਲਾਂਗੇ, ਪੈਰੇ ਦੇ ਵਿੱਚ ਉਹ ਰਾਈਟਰ ਦਾ ਨਾਂ ਥੋੜ੍ਹੀ ਦੇਣਗੇ। ਤਾਂ ਇਸ ਤਰ੍ਹਾਂ ਕੀ ਹੁੰਦਾ ਵੀ ਇਹ ਤਾਂ ਆਪਣੀ ਸਮਝ ਦੇ ਉੱਤੇ, ਆਪਣੀ ਇਸ ਗੱਲ ਦੇ ਉੱਤੇ ਡਿਪੈਂਡ ਕਰਦਾ ਹੁੰਦਾ ਵੀ ਆਪਾਂ ਨੇ ਕਿੰਨਾ ਕੁ ਸਾਹਿਤ ਪੜ੍ਹਿਆ ਹੋਇਆ, ਕਿੰਨਾ ਕੁ ਆਪਾਂ ਕਿਤਾਬਾਂ ਦੇ ਨਾਲ ਜੁੜੇ ਹੋਏ ਹਾਂ। ਕੋਈ ਪੈਰਾ ਆਪਣੀ ਅੱਖਾਂ ਦੇ ਨਹੀਂ ਲੰਘਿਆ ਹੋਇਆ, ਅੱਖਾਂ ਦੇ ਅੱਗੋਂ ਆਪਾਂ ਨੇ ਲੰਘਿਆ ਹੋਇਆ, ਪੜ੍ਹਿਆ ਹੋਇਆ, ਤਾਂ ਉਹਦੇ ਰਾਈਟਰ ਦਾ ਨਾਮ ਆਪਾਂ ਗੈਸ ਕਰ ਸਕਦੇ ਹਾਂ। ਅਦਰਵਾਈਜ਼ ਇਹ ਪ੍ਰਸ਼ਨ ਹੈ ਜਿਹੜਾ ਇਹ ਫੈਕਚੁਅਲ ਹੁੰਦਾ, ਫੈਕਟ ਹੈ, ਆਉਂਦਾ ਜਾਂ ਨਹੀਂ ਆਉਂਦਾ, ਇਹਨੂੰ ਆਪਾਂ ਪੈਰੇ 'ਚੋਂ ਲੱਭ ਕੇ ਨਹੀਂ ਕਰਨਾ ਹੁੰਦਾ। ਇਹ ਡਾਇਰੈਕਟ ਆਪਣੀ ਸਮਝ ਦੇ ਉੱਤੇ ਡਿਪੈਂਡ ਕਰਦਾ ਹੁੰਦਾ ਹੈ। ਇਸ ਤੋਂ ਬਾਅਦ ਹੈ ਜੀ ਹੇਠ ਲਿਖੇ ਕਾਵਿ ਟੋਟੇ ਨੂੰ ਪੜ੍ਹ ਕੇ 39 ਤੋਂ 45 ਪ੍ਰਸ਼ਨਾਂ ਦੇ ਉੱਤਰ ਦਿਓ। ਤਾਂ ਦੇਖੋ ਜੀ ਅਗਲਾ ਪੈਰਾ ਹੈਗਾ, ਇਹ ਪੈਰਾ ਜਿਹੜਾ ਲਿਆ ਗਿਆ ਜੀ ਜਪਜੀ ਸਾਹਿਬ ਦੇ ਵਿੱਚੋਂ। ਠੀਕ ਹੈ, ਤਾਂ ਇੱਕ ਪੈਰਾ ਤੁਹਾਨੂੰ ਵਾਰਤਕ ਦੇ ਨਾਲ ਸੰਬੰਧਿਤ ਆਵੇਗਾ ਪੇਪਰ 'ਚ, ਪੱਕੀ ਗੱਲ ਹੈ। ਠੀਕ ਹੈ, ਵਾਰਤਕ ਦੇ ਨਾਲ ਸੰਬੰਧਿਤ ਆਏਗਾ ਤੇ ਇੱਕ ਪੈਰਾ ਜਿਹੜਾ ਉਹ ਤੁਹਾਨੂੰ ਆਏਗਾ ਜੀ ਕਵਿਤਾ ਦੇ ਨਾਲ ਸੰਬੰਧਿਤ। ਕਵਿਤਾ ਦੇ ਨਾਲ ਸੰਬੰਧਿਤ ਆ ਸਕਦੇ ਜਾਂ ਫਿਰ ਇਹਨਾਂ ਨੇ 21 ਦੇ ਵਿੱਚ ਕੀ ਟਰੈਂਡ ਚਲਾਤਾ, ਇਹ ਬਾਣੀ ਦੇ ਵਿੱਚੋਂ ਪੈਰਾ ਪਾਉਣ ਲੱਗ ਗਏ। ਠੀਕ ਹੈ, ਬਾਣੀ ਵੀ ਇੱਕ ਕਾਵਿ ਰੂਪ ਹੀ ਹੈ। ਠੀਕ ਹੈ, ਤਾਂ ਇਸ ਤਰ੍ਹਾਂ ਆਪਾਂ ਕੀ ਕਹਿ ਸਕਦੇ ਹਾਂ ਕਿ ਬਾਣੀ ਦੇ ਵਿੱਚੋਂ ਪੈਰਾ ਆ ਗਿਆ ਜਪਜੀ ਸਾਹਿਬ, ਸ਼੍ਰੀ ਜਪਜੀ ਸਾਹਿਬ ਦੇ ਵਿੱਚੋਂ ਇਹ ਪੈਰਾ ਜਿਹੜਾ ਉਹ ਪੁੱਛਿਆ ਗਿਆ ਹੈ। ਤਾਂ ਇਸ ਦਾ ਜੋ ਪ੍ਰਸ਼ਨ ਨੰਬਰ 1 ਹੈ ਜੀ ਉਹ ਪੜ੍ਹਦੇ ਹਾਂ ਆਪਾਂ। ਭਾਵ ਸ਼ਬਦ ਤੋਂ ਕੀ ਭਾਵ ਹੈ, ਇਸ ਦਾ ਜੋ ਡਾਇਰੈਕਟ ਅਰਥ ਹੋਏਗਾ ਜੀ ਉਹ ਹੋਏਗਾ ਡਰ। ਅਗਲਾ ਪ੍ਰਸ਼ਨ ਹੈ ਜੀ 40ਵਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਭਾਵਵਾਚਕ ਨਹੀਂ ਹੈ। ਤਾਂ ਭਾਵਵਾਚਕ ਸ਼ਬਦ ਜਿਹੜਾ ਉਹ ਖਲਾ, ਇਹ ਸ਼ਬਦ ਜਿਹੜਾ ਭਾਵਵਾਚਕ ਨਹੀਂ ਹੈ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 41। ਇਹ ਇੱਕ ਪੰਕਤੀ ਦੇਖਤੀ ਤੇ ਇਹਦੇ ਵਿੱਚ ਇਹਨਾਂ ਨੇ ਕੀ ਪੁੱਛ ਲਿਆ ਵੀ ਇਹ ਸ਼ਬਦ ਹੈ ਜਿਹੜਾ ਵੇਦ, ਇਸ ਦਾ ਅਰਥ ਦੱਸੋ ਕਿ ਸਹੀ ਅਰਥ ਕੀ ਹੈ। ਤਾਂ ਇਸ ਦਾ ਜਿਹੜਾ ਅਰਥ ਹੈ ਆਪਾਂ ਉਹ ਲਵਾਂਗੇ ਗਿਆਨ ਤੋਂ। ਠੀਕ ਹੈ, ਤਾਂ ਇਸ ਦਾ ਅਰਥ ਕੀ ਹੋਊਗਾ, ਗਿਆਨ। ਤਾਂ ਆਪਸ਼ਨ ਸੀ ਹੈ ਜਿਹੜਾ ਇਹ ਆਪਾਂ ਸਿਲੈਕਟ ਕਰ ਲੈਣੇ ਇਸ ਦੇ ਵਿੱਚੋਂ। ਅਗਲਾ ਜੋ ਪ੍ਰਸ਼ਨ ਹੈ ਜੀ, ਜਿਵੇਂ ਦੇਖੋ ਤੁਹਾਨੂੰ ਦੱਸਿਆ ਕਿ ਇਹਨਾਂ ਨੇ ਰਚਨਾ ਦਾ ਰਚਨਹਾਰ ਪੁੱਛਿਆ, ਮਤਲਬ ਉਹੀ ਗੱਲ ਹੋ ਗਈ। ਤੁਸੀਂ ਬਾਕੀ ਪ੍ਰਸ਼ਨ ਨੇ ਜਿਹੜੇ ਉਹ ਪੈਰੇ ਨੂੰ ਪੜ੍ਹ ਕੇ ਉਸ ਦੇ ਬੇਸ 'ਤੇ ਆਨਸਰ ਦੇ ਸਕਦੇ ਹੋ।
बट रचनाकार जो पुछ लिया तो वो रचना अपनी पढ़ी होवे, वो रचना बारे अपन नूं नॉलेज होवे भी ये रचना फलाने राइटर की है, आपां फिर ही लभ सकते हुंदे आ। तो यह जिहड़ी रचना श्री गुरु नानक देव जी की है, क्योंकि यह रचना का नाम है जी जपजी साहिब। यही पहला जिहड़ा जपजी साहिब दे विचों लिया गया है, जो कि श्री गुरु नानक देव जी की रचना है। प्रश्न नंबर 43। तो देखो जी प्रश्न नंबर 43 है कि उपरोक्त रचना संबंधित बाणी की किनवीं पौड़ी है। तो यह जो रचना यह जपजी साहिब की 38ਵੀਂ पौड़ी है। ऑप्शन बी साडा राइट आंसर हो जाएगा। पौड़ी विच किस छंद की वरतों हुई है। तो इस पौड़ी दे विच चौपाई छंद की वरतों की गई है। थोड़े जे फैक्चुअल क्वेश्चन हो गए, ये तो थोड़ा जिहा डिटेल दे विच इन्हां बारे पढ़ना ही पवेगा, तद ही तुसीं इस तरह के सवाल ने जिहड़े ओह हल कर सकते हो। तो इस चीज़ नूं शायद ये पैरे दे बेस ते ही जो साथी सी मतलब कैंडिडेट PS टेट दे सी ਉਹ ਕੀ ਕਹਿ ਰਹੇ ਸੀ ਵੀ ਪੰਜਾਬੀ ਇਸ ਵਾਰ ਟਫ ਆਈ ਸੀ। 2021 ਦੇ ਵਿੱਚ ਪੰਜਾਬੀ ਟਫ ਆਈ ਸੀ, ਕਿਉਂਕਿ ਲਗਭਗ ਇੱਕ ਪਹਿਲਾਂ ਪਿਛਲੇ ਪੈਰੇ 'ਚ ਫੈਕਚੁਅਲ ਕੁਐਸਚਨ ਬਣ ਗਿਆ ਅਤੇ ਇਹਦੇ ਵਿੱਚੋਂ ਵੀ ਫੈਕਚੁਅਲ ਕੁਐਸਚਨ ਬਣ ਗਏ। ਜਿਵੇਂ ਪੌੜੀ ਪੁੱਛ ਲਿਆ, ਆਉਂਦਾ ਜਾਂ ਨਹੀਂ ਆਉਂਦਾ, ਨਾ ਤਾਂ ਪੈਰੇ 'ਚ ਲੱਭਿਆ ਜਾ ਸਕਦਾ ਇਹ, ਠੀਕ ਹੈ। ਮਤਲਬ ਫੈਕਚੁਅਲ ਦਾ ਮਤਲਬ ਕੀ ਹੈ ਵੀ ਆਪਣੀ ਫੈਕਟ ਦੇ ਆਧਾਰ 'ਤੇ ਵੀ ਆਪਾਂ ਨੂੰ ਕਿੰਨਾ ਕੁ ਫੈਕਟ ਯਾਦ ਨੇ, ਹੈ ਨਾ, ਕਿੰਨੀ ਕੁ ਆਪਣੀ ਨੌਲੇਜ ਹੈ ਉਹ ਚੀਜ਼ ਨਾਲ ਰਿਲੇਟਡ। ਤਾਂ ਹੁਣ ਇੱਥੇ ਛੰਦ ਪੁੱਛ ਲਿਆ, ਤਾਂ ਇਹ ਛੰਦ ਵਾਲਾ ਹੋ ਗਿਆ, ਪੌੜੀ ਵਾਲਾ ਹੋ ਗਿਆ, ਗੁਰੂ ਨਾਨਕ ਦੇਵ ਜੀ ਇੱਕ ਰਚਨਾ ਪੁੱਛੀ ਹੈ ਤੇ ਰਚਨਾਕਾਰ ਦਾ ਨਾਮ। मतलब इस तरह 4-5 प्रश्न ने जिहड़े पंजाबी दे विचों ओह शरेआम कह सकते भी उस व्यक्ति सारिਆਂ ਦੇ कटणगे, ठीक है। मतलब उस व्यक्ति दे उस कैंਡੀਡੇਟ ਦੇ ही सही जाणगे जिहड़े ने नॉलेज कुछ गेन की हुई है, ਸਾਹਿਤ पढ़िया हुआ है। क्योंकि बाकी नहीं पंजाबी चों की ਮੰਨਦੇ ਹੁੰਦੇ ਆਪਾਂ भी पंजाबी 30 नंबर ਦੀ आंदी है, तो ਤੁਹਾਡੇ 28 नंबर आ जाण पंजाबी चों ਤਾਂ PS ਟੈਟ ਜਿਹੜਾ ਉਹ ਈਜ਼ੀਲੀ ਪਾਸ ਹੋ ਜਾਂਦਾ, ਕੋਈ ਬਾਹਲਾ ਵੱਡਾ ਹੋਊਗਾ ਨਹੀਂ ਬਣਦਾ ਹੁੰਦਾ। ਪਰ ਇਸ ਵਾਰ ਇਹਨਾਂ ਨੇ 4-5 ਪ੍ਰਸ਼ਨ ਜਿਹੜੇ ਉਹ ਡਾਇਰੈਕਟ ਫੈਕਚੁਅਲ ਦੇ ਕੇ ਇਹਨਾਂ ਨੇ ਕੀ ਕਰਤਾ, ਪੰਜਾਬੀ ਜਿਹੜੀ ਉਹ 25 ਨੰਬਰ ਦੀ ਰੱਖਤੀ, ਠੀਕ ਹੈ। ਮਤਲਬ 3-4 ਨੰਬਰ ਦਾ ਤੁਹਾਨੂੰ ਇੱਧਰੋਂ ਲੋਸ ਹੁੰਦਾ ਹੈ। ਹੱਥਲੀ ਪੌੜੀ ਵਿੱਚ ਪਹਿਲੀ ਪੰਕਤੀ ਤੋਂ ਅੰਤਮ ਪੰਕਤੀ ਵੱਲ ਜਾਂਦਿਆਂ ਸਦਾਚਾਰ ਦੇ 5 ਪੱਖਾਂ ਦਾ ਸਹੀ ਕਰਮ ਹੋਏਗਾ ਜੀ ਸੰਜਮ, ਗਿਆਨ, ਡਰ, ਪਿਆਰ, ਕਰਮ। ਤਾਂ ਇਹ ਇਹਨਾਂ ਦੀ ਇੱਕ ਸਹੀ ਕਰਮ ਆਪਾਂ ਨੇ ਲਿਖਣਾ ਸੀ। ਸਭ ਤੋਂ ਪਹਿਲਾਂ ਸੰਜਮ ਦਾ ਜ਼ਿਕਰ ਹੈ, ਫਿਰ ਗਿਆਨ ਦਾ, ਫਿਰ ਡਰ ਦਾ, ਫਿਰ ਪਿਆਰ ਦਾ, ਫਿਰ ਕਰਮ ਦਾ। ਇਸ ਤਰੀਕੇ ਨਾਲ ਆਪਣੇ ਜਿਹੜੇ ਇਹ ਪੈਰਿਆਂ ਵਾਲੇ ਪ੍ਰਸ਼ਨ ਨੇ ਇਹ ਕੰਪਲੀਟ ਹੋ ਚੁੱਕੇ ਨੇ। ਇਸ ਤੋਂ ਬਾਅਦ ਅਸੀਂ ਡਿਸਕਸ ਕਰਦੇ ਹਾਂ ਜੀ ਪ੍ਰਸ਼ਨ ਨੰਬਰ 46। ਅਧਿਆਪਨ ਇੱਕ ਗੁੰਝਲਦਾਰ ਪ੍ਰਕਿਰਿਆ ਹੈ। ਇਸ ਸੰਬੰਧ ਵਿੱਚ ਜੈਕਸਨ ਨੇ ਇਸ ਪ੍ਰਕਿਰਿਆ ਅਧੀਨ ਅਧਿਆਪਨ ਨੂੰ ਕਿੰਨੀਆਂ ਅਵਸਥਾਵਾਂ ਬਾਰੇ ਵਿੱਚੋਂ ਗੁਜ਼ਰਨ ਬਾਰੇ ਕਿਹਾ ਹੈ। ਤਾਂ ਡਾਇਰੈਕਟ ਫੈਕਚੁਅਲ ਕੁਐਸਚਨ ਬਣ ਗਿਆ, ਜੈਕਸਨ ਬਾਰੇ ਪੁੱਛ ਲਿਆ ਵੀ ਜੈਕਸਨ ਨੇ ਅਧਿਆਪਨ ਨੂੰ ਕਿੰਨੀਆਂ ਅਵਸਥਾਵਾਂ ਦੇ ਵਿੱਚ ਵੰਡਿਆ ਕਹਿ ਸਕਦੇ ਹਾਂ ਵੀ ਜਾਂ ਗੁਜ਼ਰਨ ਬਾਰੇ ਕੀ ਹੈ। ਤਾਂ ਦੇਖੋ ਜੀ ਇਸ ਤਰ੍ਹਾਂ ਜੋ ਰਾਈਟ ਆਨਸਰ ਹੋਏਗਾ ਇਹ ਹੋਏਗਾ 3। ਜੈਕਸਨ ਦੇ ਅਨੁਸਾਰ ਇਹ ਅਵਸਥਾਵਾਂ 3 ਨੇ, ਠੀਕ ਹੈ। ਤਾਂ ਇਸ ਤਰੀਕੇ ਨਾਲ ਆਪਾਂ ਨੇ ਇਹ ਪ੍ਰਸ਼ਨ ਦਾ ਉੱਤਰ ਜਿਹੜਾ ਉਹ A ਆਪਸ਼ਨ ਸਿਲੈਕਟ ਕਰਨਾ ਸੀ। ਅਗਲਾ ਕੁਐਸਚਨ ਆ ਗਿਆ ਜੋ ਕਿ ਆਪਾਂ ਡਿਸਕਸ ਵਧੀਆ ਪੂਰੇ ਪਿਆਰ ਨਾਲ ਕਰਾਂਗੇ, ਕਿਉਂਕਿ ਕੁਐਸਚਨ ਹੈ ਜਿਹੜਾ ਉਹ ਹੋਇਆ ਜੀ, ਜਿਹੜਾ ਕੁਐਸਚਨ ਹੈ 47 ਨੰਬਰ ਇਹ ਹੋਇਆ ਜੀ ਰਿਪੀਟ ਵੀ ਅਜਿਹੇ ਤਰੀਕੇ ਨਾਲ ਹੋਇਆ ਵੀ ਇਹਨਾਂ ਨੇ ਥੋੜ੍ਹੀ ਜਿਹੀ ਕਨਫਿਊਜ਼ਨ ਕ੍ਰੀਏਟ ਕਰਤੀ, ਕਿਉਂਕਿ ਇਹ ਜੋ ਪ੍ਰਸ਼ਨ ਸੀ ਇਹ 2020 ਦੇ ਵਿੱਚ ਵੀ ਪੁੱਛਿਆ ਜਾ ਚੁੱਕਿਆ ਹੈ ਅਤੇ ਇਸ ਤੋਂ ਬਾਅਦ 2021 ਦੇ ਵਿੱਚ ਇਹਨਾਂ ਨੇ ਪੁੱਛ ਲਿਆ। पर गड़बड़ की करती ये भी आप डिस्कस करांगे। इस तो पहले तुहानूं दस दईए कि क्वेश्चन जमी हूबहू सेम है, कल्ला शब्द है जिहड़ा प्रश्न का मिलता है आपस दे विच, ठीक है। डायरैक्ट पेस्ट उत्थे तो कॉपी करके पेस्ट करे इधरले पेपर 'च, ये मान लिओ। तो देखो विद्यार्थियों नूं भाषा संबंधी त्रुटियां नूं दूर करने लई आम तौर पर किहड़ी विधि की वरतों की जाती है। नंबर 1 व्यक्तिगत उपचार विधि, नंबर 2 समूहिक उपचार विधि, नंबर 3 गुट उपचार विधि। तो उपरोक्त सारे चौथी ऑप्शन है जी। तो इसका जो राइट आंसर असीं दस रहे हैं तुहानूं ਉਹ ਹੋਏਗਾ ऑप्शन डी। कादे अकॉर्डिंग दस रहे ਇਹ ਤੁਹਾਨੂੰ 2021 ਦੀ जो आंसर की है, ठीक है, 2021 ਦੀ जो आंसर की है उस दे अकॉर्डिंग इन्होंने ऑप्शन डी ਨੂੰ सही किया है। जद कि पिछली वीडियो ਦੇ ਵਿੱਚ ਅਸੀਂ खुद भी ਤੁਹਾਨੂੰ ਕੀ ਕਿਹਾ ਸੀ ਵੀ ਇਹਨਾਂ ਨੇ ਸਮੂਹਿਕ ਉਪਚਾਰ ਵਿਧੀ ਹੈ ਜਿਹੜੀ ਉਹ ਗੱਲ ਸੁਣੋ 2020 ਦੀ ਜਿਹੜੀ ਆਨਸਰ ਕੀ ਸੀ, 2020 ਦੀ ਜਿਹੜੀ ਆਨਸਰ ਕੀ ਸੀ ਉਹਦੇ ਵਿੱਚ ਇਹਨਾਂ ਨੇ ਰਾਈਟ ਆਨਸਰ ਸਿਲੈਕਟ ਕਰਿਆ ਸੀ ਸਮੂਹਿਕ ਉਪਚਾਰ ਵਿਧੀ। ਤਾਂ ਉਸ ਚੀਜ਼ 'ਤੇ ਉਹ ਪ੍ਰਸ਼ਨ ਨੂੰ ਪੜ੍ਹ ਕੇ ਮਤਲਬ ਕਹਿਣ ਦਾ ਭਾਵ ਕੀ ਹੈ ਕਿ ਇਹ ਆਨਸਰ ਕੀ 'ਤੇ ਡਿਪੈਂਡ ਕਰਦਾ ਤੁਹਾਡਾ ਰਾਈਟ ਆਨਸਰ ਕੀ ਕਰਨਗੇ। ਆਨਸਰ ਦੋਨੋਂ ਆ ਸਕਦੇ ਨੇ, ਜ਼ਿਆਦਾ ਢੁਕਵਾਂ ਆਨਸਰ ਉਪਰੋਕਤ ਸਾਰੇ ਵਾਲਾ ਵੀ ਹੋ ਸਕਦਾ ਹੈ। ਅਤੇ ਜੇਕਰ ਆਪਾਂ ਸਮੂਹਿਕ ਉਪਚਾਰ ਵਿਧੀ ਨੂੰ ਸਿਲੈਕਟ ਕਰ ਲਾਂਗੇ
ਤਾਂ ਵੀ ਕੋਈ ਵਾਲਾ ਫਰਕ ਨਹੀਂ ਪੈਂਦਾ, ਪਰ ਆਪਾਂ ਨੂੰ ਕੀ ਚੱਲਣਾ ਪਊਗਾ, ਇਹਨਾਂ ਦੇ ਅਕੋਰਡਿੰਗ ਚੱਲਣਾ ਪਊਗਾ, ਕਿਉਂਕਿ ਆਪਾਂ ਨੇ ਨੰਬਰ ਇਹਨਾਂ ਤੋਂ ਲੈਣਾ ਹੈ। ਠੀਕ ਹੈ, ਤਾਂ 2020 ਦੀ ਆਨਸਰ ਕੀ ਕਹਿ ਰਹੀ ਸੀ ਕਿ ਸਮੂਹਿਕ ਉਪਚਾਰ ਵਿਧੀ ਆਨਸਰ ਸਹੀ ਹੈ, ਜਦ ਕਿ 2021 ਦੀ ਆਨਸਰ ਕੀ ਕਹਿ ਰਹੀ ਹੈ ਕਿ ਉਪਰੋਕਤ ਸਾਰੇ ਵਾਲੀ ਆਪਸ਼ਨ ਸਹੀ ਹੈ। ਤਾਂ ਹੁਣ ਤੁਹਾਡੇ ਮਨ ਵਿੱਚ ਡਾਊਟ ਹੋ ਰਿਹਾ ਹੋਏਗਾ ਕਿ ਸਰ ਸਾਨੂੰ ਕੁੱਲ ਮਿਲਾ ਕੇ ਇਹ ਦੱਸੋ ਵੀ ਆਪਾਂ ਆਨਸਰ ਕੀ ਸਿਲੈਕਟ ਕਰੀਏ ਜੇਕਰ ਇਹ ਹੀ ਪ੍ਰਸ਼ਨ 2022 ਦੇ ਵਿੱਚ ਰਿਪੀਟ ਹੁੰਦਾ ਹੈ। ਤਾਂ ਤੁਸੀਂ ਆਪਸ਼ਨ ਉਪਰੋਕਤ ਸਾਰੇ ਵਾਲਾ ਹੀ ਸਿਲੈਕਟ ਕਰ ਲਿਓ, ਕਿਉਂਕਿ ਅਪਡੇਟਡ ਆਨਸਰ ਆਪਾਂ ਇਹ ਮੰਨ ਸਕਦੇ ਹਾਂ। ਆਪਾਂ ਇਹ ਮੰਨ ਸਕਦੇ ਹਾਂ ਵੀ 20 ਦੇ ਵਿੱਚ ਇਹਨਾਂ ਨੇ ਆਨਸਰ ਕੀ 'ਚ ਸਮੂਹਿਕ ਉਪਚਾਰ ਵਿਧੀ ਨੂੰ ਸਹੀ ਕੀਤਾ, ਤਾਂ ਉਸ ਤੋਂ ਬਾਅਦ ਆਪਸੀ ਡਿਸਕਸ਼ਨ ਹੋਈ ਹੋਣੀ, ਓਬਜੈਕਸ਼ਨ ਲੱਗੀ ਹੋਣੀ, ਇਸ ਕਰਕੇ ਇਹਨਾਂ ਨੇ 21 ਦੇ ਵਿੱਚ ਉਪਰੋਕਤ ਸਾਰੇ ਨੂੰ ਸਹੀ ਕਰ ਲਿਆ। ਤਾਂ ਤੁਸੀਂ ਵੀ ਹੁਣ ਉਪਰੋਕਤ ਸਾਰੇ ਵਾਲੀ ਆਪਸ਼ਨ ਜਿਹੜੀ ਉਹ ਹੀ ਕਰੈਕਟ ਕਰੋਗੇ। ਹਾਂ, ਅਸੀਂ ਮੰਨਦੇ ਹਾਂ ਪਿਛਲੀ ਵੀਡੀਓ ਦੇ ਵਿੱਚ ਅਸੀਂ ਆਨਸਰ ਕੀ ਦੇ ਅਕੋਰਡਿੰਗ ਤੁਹਾਨੂੰ ਸਮੂਹਿਕ ਉਪਚਾਰ ਵਿਧੀ ਵਾਲਾ ਆਨਸਰ ਜਿਹੜਾ ਉਹ ਸਹੀ ਟਿਕ ਕਰਵਾਇਆ ਸੀ, ਪਰ ਅਸੀਂ ਆਨਸਰ ਕੀ ਦੇ ਅਕੋਰਡਿੰਗ ਚੱਲ ਰਹੇ ਹਾਂ। ਇਸ ਤੋਂ ਬਾਅਦ ਆਪਾਂ ਨਹੀਂ ਡਿਸਕਸ਼ਨ ਕਰ ਰਹੇ, ਕਿਉਂਕਿ ਦੇਖੋ ਆਪਾਂ ਇਹ 'ਤੇ ਹੁਣ ਥੋੜ੍ਹੀ ਜਿਹੀ ਪਰਸਨਲ ਪੁਆਇੰਟ ਆਫ ਵਿਊ ਵੀ ਆਪਣਾ ਦੇਖ ਲੈਂਦੇ ਹਾਂ। ਵਿਦਿਆਰਥੀਆਂ ਦੀਆਂ ਭਾਸ਼ਾ ਸੰਬੰਧੀ ਤਰੁੱਟੀਆਂ ਨੂੰ ਦੂਰ ਕਰਨ ਦੀ ਗੱਲ ਕੀਤੀ ਗਈ ਹੈ। ਮੰਨ ਕੇ ਚਲੋ ਪੰਜਾਬੀ ਭਾਸ਼ਾ ਜਿਹੜੀ ਉਹ ਵਿਦਿਆਰਥੀ ਕਰਦੇ ਉਸ ਦੇ ਵਿੱਚ ਕੁਝ ਤਰੁੱਟੀਆਂ ਨੇ ਅਤੇ ਅਧਿਆਪਕ ਉਹਨਾਂ ਨੂੰ ਦੂਰ ਕਰਨਾ ਚਾਹੁੰਦਾ ਹੈ, ਤਾਂ ਅਧਿਆਪਕ ਕੀ ਕਰੇਗਾ? ਤਾਂ ਅਧਿਆਪਕ ਜਿਹੜਾ ਉਹ ਵਿਅਕਤੀਗਤ ਉਪਚਾਰ ਕਰ ਸਕਦਾ ਹੈ, ਮਤਲਬ ਇੰਡੀਵਿਜੂਅਲੀ ਧਿਆਨ ਦੇਵੇ ਕਰ ਸਕਦਾ ਹੈ। ਗੁੱਟ ਦੇਖੋ, ਗੁੱਟ ਉਪਚਾਰ ਵਿਧੀ, ਇਹ ਵੀ ਗੁੱਟ ਬਣਾ ਕੇ ਸਮੂਹ ਬਣਾਉਣਾ ਹੀ ਹੋ ਗਿਆ। ਠੀਕ ਹੈ, ਅਤੇ ਸਮੂਹਿਕ ਉਪਚਾਰ ਵਿਧੀ ਵੀ ਉਹੀ ਚੀਜ਼, ਮਤਲਬ ਕਿ ਸਮੂਹਿਕ ਮਤਲਬ ਇਹ ਵੀ ਤਾਂ ਹੋ ਸਕਦਾ ਸੀ ਨਾ ਵੀ ਜੇਕਰ ਅਧਿਆਪਕ ਚਾਹੇ ਉਹਨਾਂ ਦਾ ਸਮੂਹ ਬਣਾ ਲਏ, ਉਹਨਾਂ ਨੂੰ ਸਾਰਿਆਂ ਨੂੰ ਗਰੁੱਪ 'ਚ ਬਿਠਾ ਲਏ, ਕਹਿੰਦੇ ਵੀ ਆ ਜਾਓ ਤੁਹਾਡੀ ਇਹੀ ਪ੍ਰੋਬਲਮ ਸੀ ਵੀ ਆਪਾਂ ਇਹ ਸੋਲਵ ਕਰਦੇ ਹਾਂ, ਉਹਦੇ ਬਾਰੇ ਇੰਸਟਰਕਸ਼ਨ ਦੇਵੇ ਉਹਨਾਂ ਨੂੰ, ਹੋ ਸਕਦਾ ਵੀ ਸਮੂਹ ਬਣਾ ਕੇ ਸੋਲਵ ਕਰੇ। ਪਰ ਇਹਨਾਂ ਨੇ ਕੀ ਕਰਤਾ, ਇੱਥੇ ਉਪਰੋਕਤ ਸਾਰਿਆਂ ਨੂੰ ਸਹੀ ਮੰਨ ਲਿਆ, ਤਾਂ ਆਪਾਂ ਇਸ ਤਰੀਕੇ ਨਾਲ ਮੰਨ ਸਕਦੇ ਹਾਂ। ਮੇ ਵੀ ਕੋਈ ਪ੍ਰੋਬਲਮ ਆਪਾਂ ਨਹੀਂ ਹੋਣੀ ਚਾਹੀਦੀ, ਬਾਕੀ ਆਪਾਂ ਨੂੰ ਅਪਡੇਟ ਰਹਿਣਾ ਪਏਗਾ। 21 ਵਾਲੀ ਉਪਰੋਕਤ ਸਾਰੇ ਨੂੰ ਸਹੀ ਕਰ ਰਹੇ ਨੇ, ਤਾਂ ਆਪਾਂ 22 ਦੇ ਵਿੱਚ ਵੀ ਉਪਰੋਕਤ ਸਾਰੇ ਹੀ ਸਹੀ ਮੰਨ ਲਵਾਂਗੇ। ਬਾਕੀ ਜੋ ਗੱਲ ਅਸੀਂ ਤੁਹਾਡੇ ਸਾਹਮਣੇ ਰੱਖਤੀ, ਹੁਣ ਤੁਹਾਡਾ ਤੁਸੀਂ ਖੁਦ ਵੀ ਫੈਸਲਾ ਕਰ ਸਕਦੇ ਹੋ, ਅਧਿਆਪਕ ਹੋ, ਠੀਕ ਹੈ, ਬੱਚੇ ਨਹੀਂ। ਅਤੇ ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 48, ਜੱਟ ਪਿਆਈ ਲੱਸੀ ਤੇ ਗਲ ਵਿੱਚ ਪਾ ਲਈ ਰੱਸੀ, ਇਸ ਅਖਾਣ ਦੀ ਵਰਤੋਂ ਕਿਹੜੇ ਸਮੇਂ ਕੀਤੀ ਜਾਂਦੀ ਹੈ? ਤਾਂ ਦੇਖੋ, ਇਸ ਦਾ ਜੋ ਰਾਈਟ ਆਨਸਰ ਅਸੀਂ ਸਿਲੈਕਟ ਕਰਨਾ ਹੈ ਜੀ, ਉਹ ਕਰਨਾ ਹੈ ਆਪਸ਼ਨ ਏ, ਜਦੋਂ ਕੋਈ ਥੋੜ੍ਹੇ ਜਿਹੇ ਅਹਿਸਾਨ ਨੂੰ ਵਾਰ-ਵਾਰ ਜਤਾਈ ਜਾਵੇ। ਮਤਲਬ ਕਿ ਵੀ ਜੱਟ ਪਿਆਈ ਲੱਸੀ ਤੇ ਗਲ ਵਿੱਚ ਪਾ ਲਈ ਰੱਸੀ, ਮਤਲਬ ਵੀ ਥੋੜ੍ਹਾ ਜਿਹਾ ਕੀ ਕੀਤਾ ਸੀ ਉਸਨੇ, ਅਹਿਸਾਨ ਕੀਤਾ ਸੀ, ਉਹਨੂੰ ਵਾਰ-ਵਾਰ ਜਤਾ ਰਹੇ ਵੀ ਮੈਂ ਇਹ ਕੀਤਾ ਤੇਰੇ ਲਈ, ਇਹ ਕੀਤਾ। ਤਾਂ ਉੱਥੇ ਆਪਾਂ ਇਹ ਅਖਾਣ ਦੀ ਵਰਤੋਂ ਕਰਦੇ ਹਾਂ, ਜੱਟ ਪਿਆਈ ਲੱਸੀ ਤੇ ਗਲ ਵਿੱਚ ਪਾ ਲਈ ਰੱਸੀ। ਤਾਂ ਆਪਸ਼ਨ ਏ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਸਤਿਕਾਰਵਾਚਕ ਵਿਸਮਿਕ ਨਹੀਂ ਹੈ? ਤਾਂ ਸਤਿਕਾਰਵਾਚਕ ਕਿਹਾ ਹੈ, ਤਾਂ ਸਤਿਕਾਰਵਾਚਕ ਹੋਏਗਾ ਭਲਾ ਹੋਵੇ। ਆਓ ਜੀ ਸਤਿਕਾਰਵਾਚਕ ਹੋ ਸਕਦਾ ਹੈ, ਆਪਾਂ ਕਿਸੇ ਨੂੰ ਸਤਿਕਾਰ ਨਾਲ ਕਹਿੰਦੇ ਵੀ ਆਓ ਜੀ ਬੈਠੋ, ਹੈ ਨਾ। ਤਾਂ ਜਦੋਂ ਆਪਣੇ ਘਰ ਕੋਈ ਆਉਂਦਾ ਆਪਾਂ ਵੈਲਕਮ ਕਹਿੰਦੇ ਵੀ ਆਓ ਜੀ ਕਹਿੰਦੇ ਹਾਂ। ਧੰਨ ਭਾਗ ਵੀ ਤੁਸੀਂ ਸਾਡੇ ਘਰ ਆਏ, ਜਾਂ ਜੀ ਆਇਆਂ ਨੂੰ ਵੈਲਕਮ ਕਹਿੰਦੇ ਹਾਂ। ਇਹ ਸਭ ਆਪਾਂ ਸਤਿਕਾਰ ਵਜੋਂ ਵਰਤਦੇ ਹਾਂ। ਪਰ ਭਲਾ ਹੋਵੇ ਇਹ ਮਤਲਬ ਕਿਸੇ ਨੂੰ ਦੁਆ ਦੇਣ ਲਈ ਵਰਤਿਆ ਜਾਂਦਾ ਹੈ ਨਾ, ਵੀ ਜਿਵੇਂ ਸਿਆਣੇ ਕਿਸੇ ਨੂੰ ਦੁਆ ਦੇ ਰਹੇ ਨੇ, ਹੈ ਨਾ, ਤਾਂ ਉਹ ਕੀ ਕਹਿੰਦੇ ਨੇ, ਭਲਾ ਹੋਵੇ ਤੁਹਾਡਾ। ਤਾਂ ਇਹ ਕੀ ਹੈ, ਦੁਆ ਦੇਣ ਦੇ ਲਈ ਵਰਤਿਆ ਗਿਆ ਸ਼ਬਦ ਹੈ। ਤਾਂ ਸੀ ਆਪਸ਼ਨ ਆਪਾਂ ਸਿਲੈਕਟ ਕਰ ਲੈਣੀ ਹੈ ਇਸ ਦੇ ਵਿੱਚੋਂ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 50, ਗਿਆਤ ਤੋਂ ਅਗਿਆਤ ਦੇ ਨਿਯਮ ਉੱਪਰ ਆਧਾਰਿਤ ਵਿਆਕਰਨ ਪੜ੍ਹਾਉਣ ਦੀ ਵਿਧੀ ਕਿਹੜੀ ਹੈ? ਭਾਵ ਕਿ ਗਿਆਤ ਤੋਂ ਅਗਿਆਤ ਵੱਲ ਜਾਣਾ ਹੈ, ਤਾਂ ਗਿਆਤ ਤੋਂ ਅਗਿਆਤ ਵੱਲ ਜਦੋਂ ਆਪਾਂ ਜਾਂਦੇ ਹਾਂ, ਇਸ ਵਿਧੀ ਨੂੰ ਆਪਾਂ ਆਗਮਨ ਕਹਾਂਗੇ। ਠੀਕ ਹੈ ਜੀ, ਇਸ ਵਿਧੀ ਨੂੰ ਆਪਾਂ ਆਗਮਨ ਵਿਧੀ ਕਹਾਂਗੇ। ਆਪਸ਼ਨ ਬੀ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 51, ਭਾਸ਼ਾ ਸਿੱਖਿਆ ਦਾ ਸਭ ਤੋਂ ਪਹਿਲਾ ਪੜਾਅ ਕਿਹੜਾ ਹੈ? ਤਾਂ ਬੱਚਾ ਭਾਸ਼ਾ ਸਿੱਖਦਾ ਹੈ, ਤਾਂ ਉਸ ਦੇ ਵਿੱਚ ਮੁੱਢਲਾ ਪੜਾਅ, ਪਹਿਲਾ ਪੜਾਅ ਪੁੱਛਿਆ ਇਹਨਾਂ ਨੇ, ਸੁਣਨਾ ਅਤੇ ਸਮਝਣਾ। ਠੀਕ ਹੈ, ਸੁਣਨਾ ਅਤੇ ਸਮਝਣਾ, ਇਸ ਨੂੰ ਆਪਾਂ ਪਹਿਲਾ ਪੜਾਅ ਮੰਨ ਸਕਦੇ ਹਾਂ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ, ਅਗਲਾ ਜੋ ਪ੍ਰਸ਼ਨ ਹੈ ਪ੍ਰਸ਼ਨ ਨੰਬਰ 52, ਕਵਿਤਾ ਪਾਠ ਦੇ ਉਦੇਸ਼ਾਂ ਦੀ ਪੂਰਤੀ ਲਈ ਮਿਡਲ ਪੱਧਰ ਉੱਤੇ ਕਵਿਤਾ ਪੜ੍ਹਾਉਣ ਦੀ ਕਿਸ ਵਿਧੀ ਨੂੰ ਉੱਤਮ ਮੰਨਿਆ ਜਾਂਦਾ ਹੈ? ਤਾਂ ਇੱਥੇ ਗੱਲ ਕੀਤੀ ਗਈ ਹੈ ਮਿਡਲ ਪੱਧਰ ਦੀ। ਠੀਕ ਹੈ ਜੀ, ਤਾਂ ਮਿਡਲ ਪੱਧਰ ਦੇ ਉੱਤੇ ਆਪਾਂ ਵਿਆਖਿਆ ਵਿਧੀ ਨੂੰ ਵੀ ਸਹੀ ਮੰਨ ਸਕਦੇ ਹਾਂ। ਜੇਕਰ ਇਹ ਗੱਲ ਕਰਦੇ ਪ੍ਰਾਇਮਰੀ ਪੱਧਰ ਦੀ, ਠੀਕ ਹੈ, ਜਾਂ ਕਹਿ ਲਓ ਵੀ ਛੋਟਾ ਬੱਚਾ ਹੈ ਨਾ, ਤਾਂ ਉਸ ਨੂੰ ਆਪਾਂ ਜੇਕਰ ਕਵਿਤਾ ਪੜ੍ਹਾਉਣੀ ਹੋਵੇ ਤਾਂ ਉੱਥੇ ਆਪਾਂ ਗੀਤ ਅਤੇ ਨਾਟ ਵਿਧੀ ਨੂੰ ਸਭ ਤੋਂ ਉਚਿਤ ਮੰਨਾਂਗੇ। ਪਰ ਇੱਥੇ ਗੱਲ ਕੀਤੀ ਗਈ ਹੈ ਇਹਨਾਂ ਨੇ ਮਿਡਲ ਪੱਧਰ ਦੇ ਉੱਤੇ ਪੜ੍ਹਾਉਣ ਦੀ। ਪ੍ਰਸ਼ਨ ਨੰਬਰ 53,
ਪੰਜਾਬੀ ਭਾਸ਼ਾ ਦੀ ਸਿੱਖਿਆ ਦੇ ਸਹਾਇਕ ਸਾਧਨਾਂ ਵਿੱਚੋਂ ਲਿੰਗੂਆ ਫੋਨ ਕਿਸ ਸਾਧਨ ਦਾ ਸੁਧਰਿਆ ਰੂਪ ਹੈ? ਤਾਂ ਇਹਨਾਂ ਦੇ ਵਿੱਚੋਂ ਰਾਈਟ ਆਨਸਰ ਜਿਹੜਾ ਉਹ ਆਪਾਂ ਸਿਲੈਕਟ ਕਰਾਂਗੇ ਜੀ ਗ੍ਰਾਮੋਫੋਨ ਦਾ। ਇਹ ਇੱਕ ਸੁਧਰਿਆ ਹੋਇਆ ਰੂਪ ਹੈ ਲਿੰਗੂਆ ਫੋਨ। ਤਾਂ ਇਹ ਟੀਚਿੰਗ ਏਡ ਨਾਲ ਸੰਬੰਧਿਤ ਸਵਾਲ ਨੇ, ਠੀਕ ਹੈ। ਤਾਂ ਇਹਨਾਂ ਟੀਚਿੰਗ ਏਡਸ ਨਾਲ ਰਿਲੇਟਡ ਤੁਸੀਂ ਜ਼ਰੂਰ ਪੜ੍ਹ ਕੇ ਜਾਇਓ ਨੈਕਸਟ ਪੇਪਰ ਦੇ ਲਈ। ਇਸ ਤੋਂ ਬਾਅਦ ਡਿਸਕਸ ਕਰਦੇ ਹਾਂ ਜੀ ਅਸੀਂ ਤਵਰਗ ਕਿਹੜੇ ਵਿਅੰਜਨ ਹਨ। ਡਾਇਰੈਕਟ ਸਵਾਲ ਪੁੱਛਿਆ ਗਿਆ ਕਿ ਤਵਰਗ ਕਿਹੜੇ ਵਿਅੰਜਨ ਨੇ? ਇਹ ਦੰਤੀ ਵਿਅੰਜਨ ਨੇ। ਦੇਖੋ ਜੀ ਇੱਥੇ ਤੁਸੀਂ ਹੁਣ ਤਵਰਗ ਹੈ ਤਾਂ ਹੋ ਸਕਦਾ ਅੱਗੇ ਤੋਂ ਅਗਲੇ ਪੇਪਰ 'ਚ ਕਵਰਗ ਬਾਰੇ ਪੁੱਛ ਲੈਣ, ਚ ਵਰਗ ਮਤਲਬ ਚੱਚੇ ਵਾਲੀ ਲਾਈਨ ਪੁੱਛ ਲੈਣ, ਹੈ ਨਾ। ਤਾਂ ਇਸ ਤਰ੍ਹਾਂ ਇਹ ਪ੍ਰੀਵੀਅਸ ਈਅਰ ਕਰਨ ਦਾ ਫਾਇਦਾ ਕੀ ਹੈ ਵੀ ਤਵਰਗ ਦੀ ਗੱਲ ਹੋ ਗਈ। ਤਵਰਗ ਦੇ ਵਿੱਚ ਆਪਣੇ ਕੋਲ ਲਾਈਨ ਬਣਦੀ ਹੈ ਜੀ ਤੱਤਾ, ਥੱਥਾ, ਦੱਦਾ, ਤੱਦਾ, ਨੰਨਾ। ਤਾਂ ਦੇਖੋ ਜੀ ਇਹ ਜੋ ਲਾਈਨ ਹੈ ਤੱਤਾ, ਥੱਥਾ, ਦੱਦਾ, ਤੱਦਾ, ਨੰਨਾ, ਤਾਂ ਦੇਖੋ ਇਹਦੇ ਵਿੱਚੋਂ ਜਦ ਆਪਾਂ ਦੰਤੀ ਦੀ ਗੱਲ ਕਰਾਂਗੇ ਤਾਂ ਇਹਨਾਂ ਆਪਾਂ 4 ਨੂੰ ਮੰਨਦੇ ਹਾਂ ਕਿਉਂਕਿ ਇੱਕ ਨੂੰ ਇਹ ਕੰਸੀਡਰ ਨਹੀਂ ਕਰਦੇ ਹੁੰਦੇ। ਲਾਈਨ ਸਾਰੀ ਉਹੀ ਚੀਜ਼ ਬਣ ਜਾਂਦੀ ਹੈ। ਇਹ ਇੱਕ ਧੁਨੀ ਹੈ ਜਿਹੜੀ ਇਸਨੂੰ, ਕਿਉਂਕਿ ਇਹਨਾਂ ਦਾ ਇਹ ਮੰਨਣਾ ਹੈ ਕਿ ਇਹ ਅਜੋਕੀ ਪੰਜਾਬੀ ਦੇ ਵਿੱਚੋਂ ਅਲੋਪ ਜੀਆਂ ਹੁੰਦੀਆਂ ਜਾ ਰਹੀਆਂ ਨੇ, ਇਹਨਾਂ ਦੀ ਵਰਤੋਂ ਘਟਦੀ ਜਾ ਰਹੀ ਹੈ, ਠੀਕ ਹੈ। ਤਾਂ ਆਪਾਂ ਕੀ ਮੰਨਦੇ ਹਾਂ? ਇਹਨਾਂ 4 ਨੂੰ ਆਪਾਂ ਕੀ ਮੰਨਦੇ ਹਾਂ? ਦੰਤੀ ਮੰਨਦੇ ਹਾਂ, ਠੀਕ ਹੈ। ਤਾਂ ਦੰਤੀ ਵਿਅੰਜਨ ਇਹ ਧੁਨੀਆਂ ਨੇ, ਤਾਂ ਇਹਨਾਂ ਦਾ ਆਪਾਂ ਕੀ ਕਰ ਸਕਦੇ ਹਾਂ? ਇਹਨਾਂ ਨੇ ਤਵਰਗ ਪੁੱਛਿਆ ਸੀ, ਇਹ ਸਾਰੀ ਲਾਈਨ ਨੂੰ ਆਪਾਂ ਤਵਰਗ ਆਖਦੇ ਹਾਂ ਤੱਤੇ ਵਾਲੀ ਨੂੰ। ਤਾਂ ਇਸ ਦੇ ਵਿੱਚ ਇਹਨਾਂ ਨੇ ਦੰਤੀ ਹੈ ਜਿਹੜਾ ਉਹ ਰਾਈਟ ਆਨਸਰ ਦੇ ਰੱਖਿਆ ਹੈ। ਤਾਂ ਦੰਤੀ ਆਪਸ਼ਨ ਦੇ ਵਿੱਚ ਪਿਆ ਤਾਂ ਆਪਾਂ ਦੰਤੀ ਜਿਹੜਾ ਉਸ ਨੂੰ ਸਿਲੈਕਟ ਕਰ ਲਵਾਂਗੇ। ਤਾਂ ਦੇਖੋ ਇਹੀ ਹੈ ਜਿਹੜੀ ਇਹ ਹੁੰਦੀ ਹੈ ਚ ਵਰਗ, ਚੱਚੇ ਵਾਲੀ ਲਾਈਨ ਹੈ ਤਾਲਵੀ। ਇਹ ਹੁੰਦੀ ਹੈ ਟੈਂਕੇ ਵਾਲੀ ਲਾਈਨ ਟ ਵਰਗ, ਠੀਕ ਹੈ। ਬਸ ਇਹਨਾਂ ਨੂੰ ਐਂ ਯਾਦ ਕਰਕੇ ਅਸੀਂ ਨੇ ਇਹ ਹੈ ਕੱਕੇ ਵਾਲੀ ਲਾਈਨ ਕ ਵਰਗ, ਠੀਕ ਹੈ। ਤਾਂ ਇਸ ਤਰੀਕੇ ਨਾਲ ਹੋ ਸਕਦਾ ਅਗਲੀ ਵਾਰ ਇਹਨਾਂ 'ਚ ਕੋਈ ਸਵਾਲ ਪੁੱਛ ਲਿਆ ਜਾਵੇ। ਤਾਂ ਇਸ ਕਰਕੇ ਤੁਸੀਂ ਕੀ ਕਰੋ, ਸਾਡੇ ਚੈਨਲ ਦੇ ਉੱਤੇ ਪਲੇਲਿਸਟ ਬਣੀ ਪਈ ਹੈ PS TET 2022 ਦੇ ਨਾਂ 'ਤੇ, ਉਹ ਪਲੇਲਿਸਟ ਜਾ ਕੇ ਚੈੱਕ ਕਰੋ। ਧੁਨੀਆਂ ਵਾਲਾ ਤਾਂ ਤੁਹਾਨੂੰ ਕਨਸੈਪਟ ਇੰਨਾ ਕਲੀਅਰ ਹੋ ਜਾਊਗਾ। ਪੰਜਾਬ ਛੱਡੋ, ਪੂਰੇ ਇੰਡੀਆ, ਪੂਰੀ ਸੰਸਾਰ ਦੇ ਵਰਲਡ ਦੇ ਵਿੱਚੋਂ ਪੰਜਾਬੀ ਦਾ ਕੋਈ ਮਰਜ਼ੀ ਟੈਸਟ ਦੇ ਲਿਓ, ਧੁਨੀਆਂ ਵਾਲਾ ਸਵਾਲ ਨਹੀਂ ਤੁਹਾਡਾ ਗਲਤ ਹੋਊਗਾ। ਚੈਲੰਜ ਹੈ ਸਾਡਾ। ਜੇਕਰ ਤੁਸੀਂ ਉਹ 2-4 ਜੋ ਵੀਡੀਓ ਦੇ ਵਿੱਚ ਅਸੀਂ ਨੇ ਕਵਰ ਕੀਤਾ ਵਰਨਮਾਲਾ ਸਾਰਾ ਟੌਪਿਕ ਉਹ ਕਵਰ ਕਰ ਲਿਆ, ਠੀਕ ਹੈ, ਕਦੇ ਵੀ ਸਵਾਲ ਗਲਤ ਨਹੀਂ ਹੋਊਗਾ ਕਿਉਂਕਿ ਬਹੁਤ ਵਧੀਆ ਤਰੀਕੇ ਨਾਲ ਉਹਦੇ ਵਿੱਚ ਐਕਸਪਲੇਨੇਸ਼ਨ ਦਿੱਤੀ ਗਈ ਹੈ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 55। ਤੁਹਾਡੇ ਵਿੱਚੋਂ ਕਮੈਂਟ ਕਰਕੇ ਦੱਸਿਓ ਵੀ ਉਹ ਵੀਡੀਓ ਕਿਹਨੇ ਦੇਖੀ ਹੈ, ਠੀਕ ਹੈ। ਜੋ ਅਸੀਂ ਬਣਾਇਆ ਹੋਇਆ ਸੰਪੂਰਨ ਕੋਰਸ ਪੰਜਾਬੀ ਸੰਪੂਰਨ ਕੋਰਸ ਫੁੱਲ ਕੋਰਸ, ਤਾਂ ਉਹਦੇ ਵਿੱਚ ਅਸੀਂ ਨੇ ਧੁਨੀਆਂ ਵਾਲਾ ਵਰਨਮਾਲਾ ਵਾਲੀ ਵੀਡੀਓ ਪਾਈ ਹੋਈ ਹੈ। ਉਹ ਵੀਡੀਓ ਕਿਸ ਦੋਸਤ ਨੇ ਦੇਖੀ ਹੈ ਕਮੈਂਟ ਬਾਕਸ ਦੇ ਵਿੱਚ ਯੈਸ ਜ਼ਰੂਰ ਲਿਖਿਓ, ਵੀਡੀਓ ਪਾ ਕੇ ਯੈਸ। ਇਸ ਤੋਂ ਬਾਅਦ ਹੈ ਜੀ 55 ਨੰਬਰ ਪ੍ਰਸ਼ਨ। ਲਓ ਸਵਰ ਪੁੱਛਰ ਕਿੰਨੇ, ਬਸ ਇਹ ਸਵਾਲਾਂ ਦੀ ਤਾਂ ਗੱਲੇ ਨਾ ਕਰਿਆ ਕਰੋ, ਊੜਾ ਆੜਾ ਈੜੀ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 56। ਜਦੋਂ ਇੱਕ ਭਾਸ਼ਾ ਵਿੱਚ ਕਿਸੇ ਹੋਰ ਭਾਸ਼ਾ ਦੇ ਸ਼ਬਦਾਂ ਨੂੰ ਹੂ ਸ਼ਾਮਲ ਕਰ ਲਿਆ ਜਾਵੇ ਤਾਂ ਉਹਨਾਂ ਨੂੰ ਕੀ ਆਖਦੇ ਹਨ? ਤਾਂ ਅਜਿਹੇ ਸ਼ਬਦਾਂ ਨੂੰ ਆਪਾਂ ਤਤਸਮ ਆਖਦੇ ਹਾਂ, ਤਤਸਮ, ਠੀਕ ਹੈ ਜੀ। ਪੰਜਾਬੀ ਭਾਸ਼ਾ ਦੀਆਂ ਵਿਅੰਜਨ ਧੁਨੀਆਂ ਵਿੱਚ ਕੰਬਮਾ, ਵਾਹ ਕਿਆ ਬਾਤ ਹੈ, ਕੰਬਮਾ। ਆਪਸ਼ਨ ਏ ਸਾਡਾ ਰਾਈਟ ਆਨਸਰ ਹੋ ਜਾਏਗਾ ਰਾਰਾ। ਤਾਂ ਇੱਥੇ ਵੀ ਇੱਕ ਇੰਟਰਸਟਿੰਗ ਫੈਕਟ ਹੈ, ਜੇਕਰ ਤੁਸੀਂ ਪਹਿਲਾਂ ਵਾਲਾ ਪੇਪਰ ਦਿੱਤਾ ਸੀ ਜਾਂ ਵੀਡੀਓ ਦੇਖੀ ਹੈ ਉੱਥੇ ਵੀ ਅਸੀਂ ਦੱਸ ਚੁੱਕੇ ਹਾਂ। ਇਹਨਾਂ ਨੇ 2020 ਦੇ ਵਿੱਚ ਕੀ ਪੁੱਛਿਆ? 2020 ਦੇ ਵਿੱਚ ਇਹਨਾਂ ਨੇ ਪੁੱਛਿਆ ਅੱਖਰ ਫੜਕਵਾਂ। ਪੈਟਰਨ ਦੱਸ ਰਹੇ ਹਾਂ ਤੁਹਾਨੂੰ, ਇਹਨਾਂ ਦੀ ਆਪਾਂ ਰਗ ਫੜ ਰਹੇ ਹਾਂ ਵੀ ਇਹ ਕਿਵੇਂ ਪੇਪਰ ਬਣਦੇ ਨੇ। ਇਹਨਾਂ ਨੇ ਅੱਖਰ ਪੁੱਛਿਆ ਜੀ ਫੜਕਵਾਂ ਕਿਹੜਾ ਹੈ, ਫੜਕਵਾਂ ਵਿਅੰਜਨ, ਠੀਕ ਹੈ, 2020 ਦੇ ਵਿੱਚ। ਉਸ ਤੋਂ ਬਾਅਦ ਇਹ ਪੇਪਰ ਜੋ ਆਪਾਂ ਡਿਸਕਸ ਕਰ ਰਹੇ ਹਾਂ ਇਹ 2021 ਦਾ, ਇਹਦੇ ਵਿੱਚ ਪੁੱਛ ਲਿਆ ਇਹਨਾਂ ਨੇ ਕੰਬਵਾਂ। ਤਾਂ ਤੁਸੀਂ ਦੱਸੋ ਵੀ ਹੁਣ 2020 ਵਾਲਾ ਪਤਾ ਲੱਗ ਗਿਆ, 21 ਵਾਲਾ ਪਤਾ ਲੱਗ ਗਿਆ, 22 'ਚ ਕੀ ਪੁੱਛਣਗੇ? ਨਾਲ ਵਾਲਾ ਕੁਛ ਤਾਂ ਪੁੱਛਣਗੇ, ਇਸ ਕਰਕੇ ਵੀਡੀਓ ਦੇਖ ਲਿਓ, ਠੀਕ ਹੈ। ਤਾਂ ਵੀਡੀਓ ਦੇ ਵਿੱਚ ਆਪਾਂ ਨੇ ਸਾਰੇ ਇਹ ਵਿਅੰਜਨ ਨੇ ਜਿਹੜੇ ਇਹਨਾਂ ਨੂੰ ਪੂਰਾ ਡਿਟੇਲ ਦੇ ਵਿੱਚ ਪੜ੍ਹ ਲਿਆ। ਇੱਥੇ ਇਹਦੇ ਨਾਲ ਵਾਲਾ ਹੀ ਇਸ ਤਰ੍ਹਾਂ ਦੀ ਕੁਛ ਪੁੱਛਣਗੇ, ਪੈਟਰਨ ਪਤਾ ਲੱਗਦਾ ਜਾ ਰਿਹਾ, ਆਪਾਂ ਉਹਨਾਂ ਦੀ ਪੇਪਰ ਦੀ ਰਗ ਫੜਦੇ ਜਾ ਰਹੇ ਹਾਂ ਵੀ ਫੜਕਵਾਂ ਪੁੱਛ ਲਿਆ, ਕੰਬਵਾਂ ਪੁੱਛ ਲਿਆ। ਇਸ ਵਾਰ ਹੋ ਸਕਦਾ ਕੋਈ ਉਲਟ ਜੀ ਵੀ ਪੁੱਛ ਲੈਣ, ਪਾਰਸਵਿਕ ਪੁੱਛ ਲੈਣ, ਟੈਲ ਫਲਿੱਪ ਵਾਲਾ ਕੁਛ ਵੀ ਪੁੱਛ ਸਕਦੇ ਨੇ। ਤਾਂ ਇਸ ਕਰਕੇ ਉਹ ਸੰਪੂਰਨ ਕੋਰਸ ਵਾਲੀ ਵੀਡੀਓ ਮੋਸਟ ਇੰਪੋਰਟੈਂਟ ਹੈ, ਉਹਨੂੰ ਜ਼ਰੂਰ ਦੇਖਿਓ। ਬੁੱਲਾਂ ਦੀ ਸਥਿਤੀ ਦੀ ਦ੍ਰਿਸ਼ਟੀ ਤੋਂ ਪੰਜਾਬੀ ਸਵਰਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ? ਤਾਂ ਦੇਖੋ ਇੱਥੇ ਇੱਕ ਕਾਹਦੀ ਗੱਲ ਕੀਤੀ ਕਿ ਬੁੱਲਾਂ ਦੀ ਸਥਿਤੀ, ਇਹ ਵੀ ਸੰਪੂਰਨ ਕੋਰਸ ਦੇ ਵਿੱਚ ਪਿਆ ਹੈ। ਬੁੱਲਾਂ ਦੀ ਸਥਿਤੀ ਦੀ ਦ੍ਰਿਸ਼ਟੀ ਤੋਂ ਪੰਜਾਬੀ ਸਵਰਾਂ ਨੂੰ 2 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ।
ਇੱਕ ਤਾਂ ਹੁੰਦੇ ਨੇ ਗੁਲਾਈਦਾਰ, ਜਿਨ੍ਹਾਂ ਦਾ ਆਪਾਂ ਉਚਾਰਨ ਕਰਦੇ ਹਾਂ ਆਪਣਾ ਜਿਹੜੇ ਬੁੱਲ ਨੇ ਹੈ ਨਾ, ਬੁੱਲਾਂ ਦੀ ਸਥਿਤੀ ਪੁੱਛੀ ਸੀ ਇਹਨਾਂ ਨੇ, ਤਾਂ ਬੁੱਲ ਜਿਹੜੇ ਉਹ ਗੁਲਾਈ ਹੋ ਜਾਂਦੇ ਨੇ, ਮਤਲਬ ਗੁਲਾਈ ਦੇ ਵਿੱਚ ਹੁੰਦੇ ਨੇ ਗੁਲਾਈਦਾਰ, ਅਤੇ ਇੱਕ ਹੁੰਦੇ ਨੇ ਗੁਲਾਈ ਰਹਿਤ। ਠੀਕ ਹੈ, ਇਸ ਤਰੀਕੇ ਨਾਲ ਇਸ ਦੀਆਂ ਦੋ ਟਾਈਪਸ ਬਣਦੀਆਂ ਨੇ, ਗੁਲਾਈਦਾਰ ਅਤੇ ਗੁਲਾਈ ਰਹਿਤ। ਗੁਲਾਈ ਰਹਿਤ, ਠੀਕ ਹੈ ਜੀ, ਗੁਲਾਈਦਾਰ ਅਤੇ ਗੁਲਾਈ ਰਹਿਤ, ਇਸ ਦੀਆਂ ਦੋ ਕਿਸਮਾਂ ਬਣਦੀਆਂ ਨੇ। ਡਿਟੇਲ ਦੇ ਵਿੱਚ ਵੀਡੀਓ ਪਈਆਂ ਨੇ, ਜ਼ਰੂਰ ਦੇਖਿਓ, ਵਾਰ-ਵਾਰ ਕਹਿ ਰਹੇ ਹਾਂ। ਠੀਕ ਹੈ, ਤਾਂ ਆਪਸ਼ਨ ਡੀ ਸਾਡਾ ਰਾਈਟ ਆਨਸਰ ਹੋ ਜਾਵੇਗਾ 58ਵੇਂ ਦਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 59, ਰਹਿਮਤ ਖੁਸ਼ ਹੈ ਕਿਉਂਕਿ ਉਹ ਜਮਾਤ ਵਿੱਚ ਪਹਿਲੇ ਨੰਬਰ 'ਤੇ ਆਇਆ ਹੈ। ਪ੍ਰਸ਼ਨ ਦੇਖਿਆ ਜਿਹਾ ਲੱਗਦਾ ਹੈ, ਸ਼ਾਇਦ ਆਏ ਇਹ ਕਿਸੇ ਪੇਪਰ 'ਚ, ਹੁਣ ਸਾਨੂੰ ਐਟ ਏ ਟਾਈਮ ਯਾਦ ਨਹੀਂ ਆ ਰਿਹਾ, ਰਿਪੀਟ ਹੋਇਆ ਇਹ ਕੁਐਸਚਨ। ਚਲੋ ਇੱਕ ਵਾਰ ਆਪਾਂ ਇਹਦਾ ਰਾਈਟ ਆਨਸਰ ਦੇਖਦੇ ਹਾਂ। ਤਾਂ ਰਹਿਮਤ ਸ਼ਾਇਦ ਇਹ ਵਿਆਕਰਨ ਦੇ ਵਿੱਚੋਂ ਚੱਕਿਆ ਇਹਨਾਂ ਨੇ, ਸ਼ਾਇਦ ਜਿੱਥੋਂ ਤੱਕ ਸਾਡੀ ਇੰਟਿਊਸ਼ਨ ਹੋ ਰਹੀ ਹੈ ਵੀ ਇਹ ਵਾਕ ਪੜ੍ਹਿਆ ਹੋਇਆ ਅਸੀਂ ਨੇ ਸੇਮ ਟੂ ਸੇਮ। ਠੀਕ ਹੈ, ਇਹ ਸ਼ਾਇਦ ਵਿਆਕਰਨ 'ਚੋਂ ਚੱਕਿਆ ਇਹਨਾਂ ਨੇ, ਕਿਸੇ ਕਲਾਸ ਦੀ ਵਿਆਕਰਨ ਹੋਏਗੀ। ਠੀਕ ਹੈ, 10th ਤੱਕ ਦੀਆਂ ਵਿਆਕਰਨਾਂ 'ਚ ਇਹ ਪਾਉਂਦੇ ਹੁੰਦੇ ਨੇ, ਕਿਉਂਕਿ 6ਵੀਂ ਤੋਂ 8ਵੀਂ ਦੀ ਵਿਆਕਰਨ ਇੱਕੋ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਗੱਲ ਕਰ ਰਹੇ ਹਾਂ ਆਪਾਂ, ਅਤੇ 9th 10th ਦੀ ਵਿਆਕਰਨ ਇੱਕੋ ਹੈ। ਮਤਲਬ ਕੋਈ ਵਾਲਾ ਸਿਲੇਬਸ ਤੁਹਾਡੇ ਕੋਲ ਹੁੰਦਾ ਨਹੀਂ ਜੇ ਤੁਸੀਂ ਪੰਜਾਬੀ ਦੇ ਵਿੱਚ ਕੰਪਲੀਟ ਨੰਬਰ ਬਣਾਉਣੇ ਹੋਣ, ਕਿਉਂਕਿ 6ਵੀਂ ਤੋਂ 8ਵੀਂ ਤੱਕ ਦੀ ਵਿਆਕਰਨ ਇੱਕੋ ਹੈ, ਮਤਲਬ ਇੱਕ ਕਿਤਾਬ ਹੀ ਤਾਂ ਪੜ੍ਹਨੀ ਹੈ। ਇਸ ਤੋਂ ਬਾਅਦ 9ਵੀਂ ਤੋਂ 10ਵੀਂ ਦੀ ਇੱਕ ਹੈ, ਦੋ ਕਲਾਸਾਂ ਕਵਰ ਹੋ ਜਾਣਗੀਆਂ, ਇੱਕ ਕਿਤਾਬ ਪੜ੍ਹਨੀ ਹੈ। ਠੀਕ ਹੈ, ਵਿੱਚੋਂ ਬਹੁਤੀਆਂ ਚੀਜ਼ਾਂ ਹੋਣਗੀਆਂ ਬੇਸਿਕ ਜਿਹੀਆਂ ਤੁਹਾਨੂੰ ਆਉਂਦੀਆਂ ਹੋਣਗੀਆਂ, ਕੋਈ ਵਾਲਾ ਟਾਈਮ ਨਹੀਂ ਲੱਗਦਾ। ਸਾਰਾ ਜੇਕਰ ਕੋਈ ਬੰਦਾ ਮੱਥ ਕੇ ਬਹਿ ਜੇ 3 ਦਿਨਾਂ ਦੇ ਵਿੱਚ ਦੋਨੇ ਕਿਤਾਬਾਂ ਕੰਪਲੀਟ ਕਰ ਦੇ, ਫੁੱਲ ਰਿਵੀਜ਼ਨ ਕਰ ਲਈ। ਅਸਲ 'ਚ ਤਾਂ ਇੱਕ ਦਿਨ 'ਚ ਇੱਕ ਕੰਪਲੀਟ ਹੋ ਸਕਦੀ, ਕੋਈ ਵੱਡੀ ਗੱਲ ਵੀ ਨਹੀਂ। ਜੇਕਰ ਨਾਲ ਰਿਵੀਜ਼ਨ ਵੀ ਕਰਨੀ ਹੈ, ਕੁਛ ਨੋਟ ਵੀ ਕਰਨਾ ਹੈ, ਤਾਂ ਤੁਸੀਂ 2-3 ਦਿਨਾਂ 'ਚ ਇਹ ਦੋਨੋਂ ਕਿਤਾਬਾਂ ਕੰਪਲੀਟ ਕਰ ਸਕਦੇ ਹੋ। ਜੇਕਰ ਤੁਸੀਂ ਨਹੀਂ ਇਹ ਕੋਰਸ ਦੇ ਵਿੱਚ ਇੰਟਰਸਟ ਰੱਖਦੇ, ਵੀ ਤੁਸੀਂ ਚਾਹੁੰਦੇ ਵੀ ਅਸੀਂ ਸੈਲਫ ਸਟੱਡੀ ਜਾਂ ਬੁੱਕਸ ਤੋਂ ਸਟੱਡੀ ਕਰੀਏ, ਤਾਂ 9th 10th ਦੀ ਇੱਕ ਵਿਆਕਰਨ ਹੋ ਗਈ, 6th ਤੋਂ 8th ਦੀ ਇੱਕ ਵਿਆਕਰਨ ਹੋ ਗਈ, ਪੜ੍ਹ ਦਿਓ। ਕਿਉਂਕਿ ਇਹ ਜਿਹੜਾ ਪ੍ਰਸ਼ਨ ਹੈ ਇਹ ਸ਼ਾਇਦ ਵਿਆਕਰਨ ਦੇ ਵਿੱਚੋਂ ਹੀ ਪੁੱਛਿਆ ਗਿਆ ਹੈ, ਜਿੱਥੇ ਤੱਕ ਸਾਨੂੰ ਲੱਗਦਾ। ਤਾਂ ਵਾਕ ਦੀ ਕਿਹੜੀ ਕਿਸਮ ਹੈ? ਇਹ ਹੈ ਜੀ ਮਿਸ਼ਰਤ ਵਾਕ ਹੈ, ਕਿਉਂਕਿ ਇਹ ਕੀ ਕਰ ਰਿਹਾ ਹੈ, ਰਹਿਮਤ ਖੁਸ਼ ਹੈ ਕਿਉਂਕਿ ਜਿਹੜਾ ਇਹ ਅਧੀਨ ਯੋਜਕ ਹੈ। ਠੀਕ ਹੈ ਜੀ, ਇਹ ਕੀ ਹੈ ਜੀ, ਅਧੀਨ ਯੋਜਕ ਹੈ, ਜਿਸ ਕਰਕੇ ਕਿਉਂਕਿ ਸ਼ਬਦ ਜਿਹੜਾ ਉਹ ਅਧੀਨ ਇਹ ਵਾਕ ਨੇ ਜਿਹੜੇ ਉਹ ਅਧੀਨ ਯੋਜਕ ਦੁਆਰਾ ਜੋੜੇ ਗਏ ਨੇ, ਜਿਸ ਕਰਕੇ ਇਹ ਕੀ ਹੈ, ਮਿਸ਼ਰਤ ਵਾਕ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 60। ਲਓ ਦੇਖੋ, ਪ੍ਰਸ਼ਨ ਦੇਖੋ, ਪਾਉਣ ਦਾ ਤਰੀਕਾ ਦੇਖੋ, ਬੰਦੇ ਦੀ ਸਾਰੀ ਹੀ ਨੌਲੇਜ ਪਰਖ ਲਈ, ਨਾਲੇ ਪਾਏ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਨੇ। ਠੀਕ ਹੈ, ਵਿਸ਼ੇਸ਼ਣ ਨਾਮ ਵਿਸਮਕ ਪਾਏ ਨੇ, ਨਾਲੇ ਨੌਲੇਜ ਬੰਦੇ ਦੀ ਸਾਰੀ ਵਰਖੀ ਗਈ। ਐਂ ਹਵਾ ਕੱਢ ਦਿੰਦੇ ਨੇ ਕਦੇ ਕਦੇ ਰੈਟ ਵਾਲੇ। ਤਾਂ ਦੇਖੋ ਫੌਜ ਸ਼ਬਦ ਹੈ ਜਿਹੜਾ ਇਹ ਕੀ ਇੱਕ ਇਕੱਠਵਾਚਕ ਨਾਮ ਹੈ। ਠੀਕ ਹੈ, ਮਤਲਬ ਪਹਿਲੇ ਤੇ ਦੂਜੇ ਦਾ ਕੰਬੀਨੇਸ਼ਨ ਬਣ ਗਿਆ। ਇਸ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ ਵੀ ਤੀਸਰੇ ਦਾ ਦੂਸਰੇ ਦਾ ਕਿਹੜੇ ਨਾਲ ਬਣੇਗਾ, ਇਸ ਤੋਂ ਬਾਅਦ ਤੀਸਰੇ ਦਾ ਕਿਹੜੇ ਨਾਲ ਬਣੇਗਾ, ਇਸ ਤੋਂ ਬਾਅਦ ਚੌਥੇ ਦਾ ਕਿਹੜੇ ਨਾਲ ਬਣੇਗਾ ਕੰਬੀਨੇਸ਼ਨ। ਇਹ ਆਪਾਂ ਸਿਲੈਕਟ ਕਰਨਾ, ਉੱਪਰੋਂ ਲਿਖਦੇ ਹਾਂ ਆਪਾਂ, ਜਿਵੇਂ ਇਹਨਾਂ ਨੇ ਬਣਾਇਆ ਆਪਾਂ ਉਵੇਂ ਬਣਾਉਂਦੇ ਹਾਂ। ਇੱਥੇ 1 ਨੰਬਰ, ਇੱਥੇ 2 ਨੰਬਰ, ਠੀਕ ਹੈ, ਇੱਥੇ 3 ਨੰਬਰ, ਇੱਥੇ 4 ਨੰਬਰ। ਤਾਂ ਦੇਖੋ ਫੌਜ ਸ਼ਬਦ ਹੈ ਜਿਹੜਾ ਉਹ ਮੈਚ ਹੋ ਗਿਆ ਆਪਣੇ ਕੋਲ ਇਕੱਠਵਾਚਕ ਨਾਮ ਦੇ ਨਾਲ, ਯਾਨੀ ਕਿ ਪਹਿਲਾ ਜਿਹੜਾ ਉਹ ਮੈਚ ਹੋ ਗਿਆ ਇਹਦੇ ਨਾਲ। ਲਓ ਇਹ ਤਾਂ ਸਾਰੀਆਂ ਆਪਸ਼ਨਾਂ ਦੇ ਵਿੱਚ ਹੀ ਪਈ ਹੈ, ਐਵੇਂ ਵੀ ਕਰਦੇ ਨੇ ਇਹ। ਠੀਕ ਹੈ, ਤਾਂ ਇਸ ਤੋਂ ਬਾਅਦ ਹੈ ਜੀ ਸਤਲੁਜ। ਸਤਲੁਜ ਜਿਹੜਾ ਹੈਗੀ ਹੈ ਖਾਸ ਨਾਮ ਹੋ ਗਿਆ, ਤਾਂ ਦੂਸਰਾ ਜਿਹੜਾ ਇਹ ਚੌਥੇ ਦੇ ਨਾਲ ਮੈਚ ਕਰੇਗਾ। ਲਓ ਇਹ ਆਪਸ਼ਨ ਦੇ ਵਿੱਚ ਵੀ ਨਹੀਂ ਹੈਗਾ ਦੂਸਰਾ, ਆਨਸਰ ਤਾਂ ਆਪਣਾ ਆ ਗਿਆ ਇਹ, ਪਰ ਆਪਾਂ ਅੱਗੇ ਵੀ ਸੋਲਵ ਕਰਾਂਗੇ। ਦਿਆਲੂ ਕੀ ਹੈ, ਇੱਕ ਗੁਣਵਾਚਕ ਵਿਸ਼ੇਸ਼ਣ ਹੈ, ਤਾਂ ਤੀਸਰਾ ਜਿਹੜਾ ਇਹ ਪਹਿਲੇ ਦੇ ਨਾਲ ਮੈਚ ਕਰੇਗਾ। ਇਸ ਤੋਂ ਬਾਅਦ ਸ਼ਾਬਾਸ਼, ਇਹ ਕੀ ਹੈ, ਪ੍ਰਸ਼ੰਸਾਵਾਚਕ ਵਿਸਮਿਕ ਹੈ, ਤਾਂ ਚੌਥਾ ਜਿਹੜਾ ਇਹ ਤੀਸਰੇ ਨਾਲ ਮੈਚ ਕਰੇਗਾ। ਤਾਂ 24 13 ਇਹ ਆਪਸ਼ਨ ਬੀ ਦੇ ਵਿੱਚ ਪਈ ਹੈ। ਲਓ ਆਪਸ਼ਨ ਬੀ ਸਾਡਾ ਰਾਈਟ ਆਨਸਰ ਹੋ ਜਾਵੇਗਾ। ਤੁਸੀਂ ਇੰਨਾ ਟਾਈਮ ਥੋੜ੍ਹਾ ਲਾਉਂਗੇ ਦੋਸਤ, ਤਾਂ ਇਹ ਮੈਚ ਕਰਿਆ, ਦੂਸਰਾ ਮੈਚ ਕਰਿਆ, ਚੱਕੋ 2 ਮੈਚ ਹੋ ਗਏ, 24 ਕਿੱਥੇ ਬਣ ਰਹੇ, ਚੱਕੋ ਇੱਥੇ, ਬਾਕੀ ਆਪਸ਼ਨ ਡਿਲੀਟਡ। ਐਂ ਕਰਿਆ ਕਰੋ ਉੱਥੇ ਫਟਾਫਟ। ਤਾਂ ਆਪਣਾ ਜਿਹੜਾ ਕੰਪਲੀਟ ਹੋ ਗਿਆ ਜੀ ਪੰਜਾਬੀ। ਠੀਕ ਹੈ, ਤਾਂ ਪੇਪਰ 2 ਦੀ PSTET 2021 ਪੇਪਰ 2 ਦੀ ਪੰਜਾਬੀ ਸਾਰੀ ਕੰਪਲੀਟ ਹੋ ਗਈ। ਬਾਕੀ ਸਬਜੈਕਟ ਆਪਾਂ ਅਲੱਗ-ਅਲੱਗ ਵੀਡੀਓਜ਼ ਦੇ ਵਿੱਚ ਕਵਰ ਕਰਾਂਗੇ। ਇਸ ਕਰਕੇ ਤੁਸੀਂ ਅੱਜ ਹੀ ਚੈਨਲ ਸਟੱਡੀ ਫਾਈਟਰ ਨੂੰ ਕਰ ਲਓ ਸਬਸਕ੍ਰਾਈਬ ਅਤੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਆਪਣੇ ਦੋਸਤਾਂ ਵਿੱਚ। ਤਾਂ ਦੇਖਦੇ ਹਾਂ ਕਿ ਤੁਹਾਡੇ ਦੋਸਤ ਕਿੰਨੇ ਕੁ ਨੇ ਅਤੇ ਕਿੰਨੀ ਕੁ ਵੀਡੀਓ ਆਪਣੀ ਵਧੀਆ ਰਿਸਪੌਂਸ ਦਿੰਦੀ ਹੈ। ਥੈਂਕ ਯੂ।